ਜਿਹੜੇ ਮਨ ਦੇ ਪਰਿੰਦੇ ਆ ਉਹ ਤਾਂ 2013 ਚ ਜਾ ਕੇ ਉੱਡੇ। ਘਰ ਵੀ ਕਿਸੇ ਨੂੰ ਨਹੀਂ ਸੀ ਪਤਾ ਕਿ ਮੈਂ ਕਵਿਤਾ ਲਿਖਦੀ ਹਾਂ। ਮੇਰੀ ਬਹੁਤ अर्ਲੀ ਮੈਰਿਜ ਹੈ। ਮੈਂ ਆਪਣੇ ਹਸਬੈਂਡ ਨੂੰ ਕਹਿਣਾ ਕਿ ਮੇਰੀ ਡਾਇਰੀ ਪਈ ਹੈ, ਜੇ ਕਿਤੇ ਬਾਈ ਚਾਂਸ ਮੈਨੂੰ ਕੁਝ ਹੋ ਗਿਆ ਨਾ ਤੇ ਤੁਸੀਂ ਛਪਵਾ ਦਿਓ ਪਲੀਜ਼। ਪਰਪੱਕਤਾ ਤੁਹਾਡੀ ਰਾਹ ਦਾ ਰੋੜਾ ਬਣਦੀ ਹੋਵੇ ਨਾ, ਉਦੋਂ ਕੱਚ ਘਰੜ ਕੰਮ ਨਾਲ ਹੀ ਅੱਗੇ ਵੱਧ ਜਾਣਾ ਚਾਹੀਦਾ। ਮੈਨੂੰ ਲੱਗਦਾ ਹੁੰਦਾ ਕਿ ਮੈਂ ਇਹ ਕਿਉਂ ਲਿਖਿਆ ਸੀਗਾ, ਇਹ ਕਿ ਇਹਦੇ ਬਿਨਾਂ ਵੀ ਤਾਂ ਸਰਦਾ ਸੀ ਨਾ। ਇਹ ਉਦਾਸੀਆਂ ਦੇ ਗੀਤ ਹਮੇਸ਼ਾ ਅਸੀਂ ਹੀ ਗਾਏ ਨੇ, ਇਹ ਉਦਾਸੀਆਂ ਦੇ ਗੀਤ ਹਮੇਸ਼ਾ ਅਸੀਂ ਹੀ ਗਾਏ ਨੇ, ਅਸੀਂ ਉਹ ਛਿੱਟੇ ਸਿਆਹੀ ਦੇ ਜੋ ਕਲਮਾਂ ਦੇ ਤਿਹਾਏ ਨੇ। ਇਹ ਕਿਹੜੇ ਛਿੱਟੇ ਨੇ ਜਿਹੜੇ ਕਲਮਾਂ ਦੇ ਤਿਹਾਏ ਨੇ। ਪਹਿਲਾਂ ਸਵਾਗਤ ਤੁਹਾਡਾ ਪ੍ਰੋਗਰਾਮ ਸਾਹਿਤਿਕ ਤੰਦਾਂ ਵਿੱਚ। ਸਾਹਿਤ ਦੀ ਤੰਦ ਪਾਵਾਂਗੇ ਤੁਹਾਡੇ ਨਾਲ। ਦਿਮਾਗ 'ਚ ਬੜੇ ਖਿਆਲ ਆ ਰਹੇ ਸੀਗੇ ਸਾਹਿਤ ਬਾਰੇ ਜੇ ਸੋਚਾਂ ਤਾਂ। ਲਿਖਿਆ ਅੱਜ ਜਾਂਦਾ, ਪਰ ਕਹਿੰਦੇ ਅੱਖਰਾਂ ਦੀ ਉਮਰ ਵੱਡੀ ਹੁੰਦੀ ਹੈ। ਸਦੀਆਂ ਬਾਅਦ ਜਦੋਂ ਕੋਈ ਸਾਡੀ ਅਗਲੀ ਨਸਲ, ਅਗਲੀ ਪੀੜ੍ਹੀ ਆਪਦਾ ਇਤਿਹਾਸ ਫਰੋਲੂਗੀ ਤਾਂ ਇਤਿਹਾਸ ਦੇ ਵਿੱਚ ਸਾਹਿਤ ਦੇ ਵਿੱਚ ਕਿਤਾਬਾਂ ਨੂੰ ਜਦੋਂ ਫਰੋਲੂਗੀ ਤਾਂ ਇਹ ਉਹਨਾਂ ਦੇ ਕਹਿ ਲਓ ਵੀ ਇਹਦੇ ਤੋਂ ਵੀ ਬੜਾ ਕੁਝ ਸਿੱਖੂਗੀ। ਜ਼ਿੰਦਗੀ ਨੂੰ ਮਾਣਦਿਆਂ, ਜਾਣਦਿਆਂ, ਹੰਡਾਉਂਦਿਆਂ ਇਨਸਾਨ ਨੂੰ ਇਹੋ ਜਿਹੀ ਸੋਝੀ ਦਾਤੇ ਨੇ ਪ੍ਰਮਾਤਮਾ ਨੇ ਦਿੱਤੀ ਆ ਕਿ ਅਸੀਂ ਚੀਜ਼ਾਂ ਨੂੰ ਮਹਿਸੂਸ ਕਰ ਸਕਦੇ ਹਾਂ। ਸਾਡੀ ਚੇਤਨਾ ਹੈਗੀ ਆ। ਚੇਤਨਾ ਜਦੋਂ ਜਾਗਦੀ ਆ ਤਾਂ ਉਹ ਅੱਖਰਾਂ ਦੇ ਵਿੱਚ ਜੋ ਉਹਨੇ ਮਹਿਸੂਸ ਕਰਿਆ ਹੁੰਦਾ, ਜੋ ਜੀਵਿਆ ਹੁੰਦਾ, ਉਹ ਉਤਾਰ ਦਿੰਦਾ। ਆਉਣ ਵਾਲੀਆਂ ਪੀੜ੍ਹੀਆਂ ਪੁਰਾਣੇ ਜਿਹੜੇ ਆਪਦੇ ਪੁਰਖੇ ਹੁੰਦੇ ਆ, ਉਹਨਾਂ ਦੇ ਅਹਿਸਾਸਾਂ ਨੂੰ ਜਦੋਂ ਪੜ੍ਹਦੀ ਆ ਤਾਂ ਉਹਨਾਂ ਨੂੰ ਮਾਣਦੀ ਵੀ ਆ, ਉਹਨਾਂ ਤੋਂ ਸਿੱਖਦੀ ਵੀ ਆ ਅਤੇ ਅੱਗੇ ਉਹਨੂੰ ਨਾਲ ਲੈ ਕੇ ਚੱਲਦੀ ਵੀ ਆ ਤਜਰਬੇ ਦੇ ਤੌਰ 'ਤੇ। ਸੋ ਅੱਜ ਜਿਹੜੀ ਸਾਹਿਤ ਦੀ ਤੰਦ ਪਾਉਣੀ ਆ, ਜਿਨ੍ਹਾਂ ਦੇ ਨਾਲ ਪਾਉਣੀ ਆ, ਉਹਨਾਂ ਦੀਆਂ 3 ਕਿਤਾਬਾਂ, ਚੌਥੀ ਵੀ ਆ ਰਹੀ ਆ, 3 ਕਿਤਾਬਾਂ ਜਿਨ੍ਹਾਂ ਦੇ ਵਿੱਚੋਂ ਮਨ ਦੇ ਪਰਿੰਦੇ 2013 'ਚ ਆਈ ਸੀ। ਜਾਣਾਂਗੇ ਉਹਨਾਂ ਤੋਂ ਵੀ ਕਿਹੜੇ ਉਹਨਾਂ ਦੇ ਮਨ ਦੇ ਪਰਿੰਦੇ ਸੀ ਅਤੇ ਕਿਹੜੇ ਅਸਮਾਨਾਂ 'ਚ ਉੱਡੇ ਅਤੇ ਕੀ ਲੱਭ ਲਿਆਏ ਉੱਥੋਂ। ਤਸਬੀਹ, ਮਾਲਾ ਨੂੰ ਕਹਿੰਦੇ ਤਸਬੀਹ, ਇਸ ਬਾਰੇ ਵੀ ਜਾਣਾਂਗੇ। ਜਿਹੜੀ ਦੂਜੀ ਕਿਤਾਬ 2015 'ਚ ਆਈ ਸੀ ਅਤੇ 2018 'ਚ ਉਹਨਾਂ ਦੀ ਆਈ ਸੀ ਸੱਚ ਸੁਣਾਈ ਸੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤਾਂ, ਅਤੇ ਉਹਨਾਂ ਤੋਂ ਫਿਰ ਉਹਨਾਂ ਦੀ ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਹੋਰ ਦੱਸ ਦਿਆਂ। ਉਹ ਜਦੋਂ ਲਿਖਦੇ ਨੇ ਨਾ, ਥੋੜ੍ਹਾ ਜਿਹਾ ਰੂਹ ਤੋਂ ਲਿਖਦੇ ਨੇ। ਇਸ਼ਕ ਹਕੀਕੀ ਵਾਲੇ ਪਾਸੇ ਵੱਧ ਝੁਕ ਜਾਂਦੇ ਨੇ। ਇਸ਼ਕ ਮਜਾਜ਼ੀ ਵਿੱਚ ਆ ਜਾਂਦਾ, ਪਰ ਇਸ਼ਕ ਹਕੀਕੀ ਵੱਲ ਜ਼ਿਆਦਾ ਔਲਦੇ ਨੇ, ਜ਼ਿਆਦਾ ਜਾਂਦੇ ਨੇ। ਸੋ ਬੜੇ ਪਿਆਰੀ ਕਵਿੱਤਰੀ ਸਾਡੇ ਦਰਮਿਆਨ ਪਹੁੰਚੀ ਹੋਈ, ਉਹਨਾਂ ਦਾ ਸਵਾਗਤ ਕਰਦੇ ਹਾਂ। ਜਗਦੀਪ ਕੌਰ ਨੂਰਾਨੀ, ਜਿਨ੍ਹਾਂ ਦੇ ਆਉਣ ਨਾਲ ਸਾਡੇ ਵਿਹੜੇ, ਜੱਸ ਦੇ ਵਿਹੜੇ ਵੀ ਨੂਰ ਕਹਿ ਲਓ ਵੀ ਛਾ ਗਿਆ। ਮੈਮ ਸਵਾਗਤ ਤੁਹਾਡਾ ਜੀ। ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਅਤੇ ਇੰਨਾ ਸੋਹਣਾ ਤਾਰਫ ਕਰਾਉਣ ਲਈ ਅਦਮ ਮਾਨ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ। ਸਾਡੇ ਧੰਨ ਭਾਗ ਕਹੂੰਗਾ ਮੈਂ ਤਾਂ, ਹਮੇਸ਼ਾ ਧੰਨ ਭਾਗ ਸ਼ਬਦ ਵਰਤਦਾ ਹੁੰਦਾ। ਇਹ ਮੇਰੇ ਹਿੱਸੇ ਆਇਆ, ਕਿਸੇ ਨਾਲ ਗੱਲਬਾਤ ਕਰਨੀ ਆ, ਹੈ ਨਾ, ਜਾਣਨਾ। ਤੁਸੀਂ ਤੁਹਾਡੀਆਂ 4 ਕਿਤਾਬਾਂ ਤਾਂ ਕਹਿ ਲਓ ਜਿਹੜੀਆਂ ਮੈਂ ਦੱਸੀਆਂ, ਜਿਹੜੀਆਂ ਤੁਹਾਡੀ ਮੌਲਿਕ ਨੇ। ਉਸ ਤੋਂ ਇਲਾਵਾ ਵੀ ਤੁਹਾਡਾ ਕੰਮ ਬੜਾ, ਜਿਹੜਾ ਅਨੁਵਾਦ ਦਾ ਕੰਮ ਤੁਸੀਂ ਕਰਿਆ ਹੋਇਆ। ਜਾਪਾਨੀ ਰਾਈਟਰ ਹੋਏ ਨੇ ਜਿਨ੍ਹਾਂ ਦੀ ਕਿਤਾਬ ਹੈਗੀ ਹੈ ਦ ਬੁੱਕ ਆਫ ਟੀ। ਇਹਨਾਂ ਨੂੰ ਜਗਦੀਪ ਕੌਰ ਨੂਰਾਨੀ ਜੀ ਨੇ ਵੀ ਉਹ ਕਰਿਆ, ਅਨੁਵਾਦ ਕਰਿਆ ਹੋਇਆ। ਇਸ ਤੋਂ ਇਲਾਵਾ ਬੜੇ ਅੰਗਰੇਜ਼ੀ ਤੋਂ ਅਤੇ ਹਿੰਦੀ ਤੋਂ ਤੁਸੀਂ ਹੋਰ ਵੀ ਬੜਾ, ਜਿਵੇਂ ਹਿੰਦੀ ਦੀਆਂ ਕਹਾਣੀਆਂ, ਮਿਨੀ ਕਹਾਣੀਆਂ ਹੋ ਗਈਆਂ ਡਾਕਟਰ ਜੋਗੇਂਦਰ ਨਾਥ ਸ਼ੁਕਲਾ ਜੀ ਦੀਆਂ। ਤੁਹਾਡੇ ਅਨੁਵਾਦ ਦੇ ਕੰਮ ਬਾਰੇ ਵੀ ਦੱਸਦਾ, ਤੁਹਾਡੀ ਮੌਲਿਕ ਲੇਖਣੀ ਬਾਰੇ ਵੀ ਦੱਸਦਾ। ਗਜ਼ਲ ਵੀ ਲਿਖਦੇ ਨੇ, ਨਜ਼ਮ ਦੇ ਵਿੱਚ ਕਹਿੰਦੇ ਮੈਂ ਥੋੜ੍ਹਾ ਜ਼ਿਆਦਾ ਵਧੀਆ ਤਰੀਕੇ ਨਾਲ ਗੱਲਾਂ ਕਹਿ ਦਿੰਦੀ ਹਾਂ, ਹੈ ਨਾ। ਮੈਮ ਇਹ ਤਾਂ ਮੈਂ ਤੁਹਾਡੀ ਜਾਣਕਾਰੀ ਤੁਹਾਡੇ ਬਾਰੇ ਦੱਸਤੀਆਂ ਕਈ ਗੱਲਾਂ। ਹੁਣ ਮੈਂ ਤੁਹਾਡੇ ਮੂੰਹੋਂ ਜਾਣਨਾ ਵੀ ਜਿਹੜੀ ਜਗਦੀਪ ਜੋ ਨੂਰਾਨੀ ਨੇ, ਕੌਣ ਨੇ? ਜਗਦੀਪ ਕੌਰ ਨੂਰਾਨੀ ਇੱਕ ਬਹੁਤ ਸੰਜੀਦਾ ਕਹਿ ਲਓ, ਸੰਵੇਦਨਸ਼ੀਲ, ਕੁਦਰਤ ਨੂੰ ਪਿਆਰ ਕਰਨ ਵਾਲੀ ਅਤੇ ਪੋਜ਼ੀਟਿਵਿਟੀ ਵਾਲੀ। ਆਈ ਮੀਨ ਕਿ ਕਿਸੇ ਵੀ ਤੁਸੀਂ ਕੋਈ ਬੁਰੇ ਵਕਤ ਵਿੱਚੋਂ ਵੀ ਕੁਛ ਨਾ ਕੁਛ ਜਿਉਣ ਜੋਗਾ ਕੱਢ ਲੈਣਾ, ਅਤੇ ਉਹ ਸਪਿਰਿਚੁਅਲਿਜ਼ਮ ਨਾਲ ਬਹੁਤ ਜ਼ਿਆਦਾ ਜਿਵੇਂ ਝੁਕਾਅ ਉਹਦੇ ਅਧਿਆਤਮਵਾਦ ਵੱਲ, ਅਤੇ ਆਪਣੇ ਮਾਂ ਬਾਪ ਦੀ 3 ਔਲਾਦਾਂ ਵਿੱਚੋਂ ਦੂਜੇ ਨੰਬਰ 'ਤੇ ਵੱਡੀ ਮੇਰੀ ਸਿਸਟਰ, ਛੋਟਾ ਮੇਰਾ ਬ੍ਰਦਰ ਜੀ, ਤੇ ਜਿਨ੍ਹਾਂ ਤੇ ਮੈਨੂੰ ਕਹਿ ਲਓ ਫਕਰ ਹੈ।
ਜੀ ਤੇ 2 ਬੇਟੇ ਮੇਰੇ ਜੀ ਤੇ ਇੱਕ ਬਹੁਤ ਹੀ ਮਿਹਨਤ ਕਰ ਕਹਿ ਲਓ ਤੁਸੀਂ ਇਨਸਾਨ ਦੀ ਅਰਦਾਂਗਨੀ ਹੈ, ਇਹ ਹੈ ਜਗਦੀਪ ਕੌਰ ਨੂਰਾਨੀ। ਕਿਆ ਬਾਤ ਬਾਕੀ ਤੁਸੀਂ ਮੈਨੂੰ ਮੇਰੀ ਬਾਕੀ ਜਿਹੜਾ ਜਗਦੀਪ ਕੌਰ ਨੂਰਾਨੀ ਨੂੰ ਪੜ੍ਹਨਾ ਨਾ, ਉਹਦੇ ਤੋਂ ਤੁਹਾਨੂੰ ਪਤਾ ਲੱਗ ਸਕਦਾ ਵੀ ਜਗਦੀਪ ਕੌਰ ਨੂਰਾਨੀ ਕੌਣ ਆ। ਮੈਂ ਜਿੰਨੀਆਂ ਕੁ ਚੀਜ਼ਾਂ ਨੂੰ ਨੇੜਿਓਂ ਦੇਖਿਆ, ਜਿੰਨੇ ਘੱਟ ਸਮੇਂ ਦੇ ਵਿੱਚ ਮੇਰੇ ਕੋਲ ਸਮਾਂ ਸੀਗਾ ਜੀ, ਅਧਿਆਤਮ ਵਾਲੇ ਪਾਸੇ ਤੁਹਾਡੀਆਂ ਲਿਖਤਾਂ ਵੱਧ ਜਾਂਦੀਆਂ ਨੇ। ਹਾਂਜੀ ਤੁਹਾਡੇ 'ਚ ਸੂਫੀਜ਼ਮ ਦੀ ਝਲਕ ਜ਼ਿਆਦਾ ਪੈਂਦੀ ਆ। ਹਾਂਜੀ। ਕੀ ਗੱਲ ਤੁਸੀਂ ਸੂਫੀ ਕਵੀਆਂ ਨੂੰ ਜ਼ਿਆਦਾ ਪੜ੍ਹਿਆ ਹੋਇਆ, ਉਹਨਾਂ ਦਾ ਅਸਰ ਕਬੂਲਿਆ, ਜਾਂ ਤੁਹਾਡੀ ਬਿਰਤੀ ਪਹਿਲਾਂ ਤੋਂ ਹੀ ਸੂਫੀ ਸੀ? ਪੜ੍ਹਿਆ ਤਾਂ ਮੈਂ ਬਾਅਦ ਵਿੱਚ ਹੈਗਾ, ਪਰ ਔਰ ਇੰਨਾ ਜ਼ਿਆਦਾ ਵੀ ਨਹੀਂ ਪੜ੍ਹਿਆ। ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਉੱਤੇ ਗੁਰਬਾਣੀ ਦਾ ਬਹੁਤ ਅਸਰ ਹੈ। ਬਚਪਨ ਤੋਂ ਹੀ ਲਗਾ ਲਓ, ਤੁਸੀਂ ਕਹਿ ਲਓ ਕਿ ਮੈਂ ਬਹੁਤ ਛੋਟੀ ਸੀਗੀ ਜਦੋਂ ਤੋਂ ਮੈਨੂੰ ਪਾਠ ਕੰਠ ਸੀਗਾ ਜ਼ੁਬਾਨੀ। ਮੈਨੂੰ ਨਹੀਂ ਪਤਾ ਕਿ ਉਹ ਮੇਰੇ ਫਾਦਰ ਨੇ ਮੈਨੂੰ ਸਿਖਾਇਆ ਸੀ, ਮਤਲਬ ਇੰਨਾ ਵੀ ਮੈਨੂੰ ਯਾਦ ਨਹੀਂ ਹੈ, ਇੰਨੀ ਛੋਟੀ ਏਜ ਤੋਂ ਯਾਦ ਹੈ ਮੈਨੂੰ। ਇੱਕ ਵਾਰੀ ਕੀ ਹੋਇਆ ਸੀ, ਮੇਰਾ ਬ੍ਰਦਰ ਸੀ, ਹੋਏਗਾ ਉਹ 4 ਸਾਲ ਦਾ ਹੋਣਾ ਉਹ, ਤੇ ਸਾਡੇ ਘਰ ਦੀ ਜਿਹੜੀ ਵਿੰਡੋ ਸੀਗੀ ਨਾ, ਉਹਦੇ ਸੀਗੇ ਸਰੀਏ ਲੱਗੇ ਹੋਏ ਸੀ, ਤੇ ਉਹ ਫੜ ਕੇ ਉਹਨੂੰ ਨਾ ਇਦਾਂ ਝੂਲ ਰਿਹਾ ਸੀ ਤੇ ਇੱਕਦਮ ਗਿਰ ਗਿਆ ਤੇ ਉਹਦੇ ਇੱਥੇ ਵੱਜਿਆ ਦਬ ਕੇ ਤੇ ਖੂਨ ਨਿਕਲਿਆ ਆ। ਔਰ ਉਹਨੂੰ ਦੇਖਦੇ ਸਾਰ ਹੀ ਮੈਂ ਪਾਠ ਕਰਨਾ ਸਟਾਰਟ ਕਰ ਦਿੱਤਾ। ਮੈਨੂੰ ਉਦੋਂ ਉਹ ਵਾਲੀ ਮੈਨੂੰ ਟਾਈਮ ਯਾਦ ਹੈ ਕਿ ਮੈਂ ਉਦੋਂ ਤੋਂ ਪਾਠ ਕਰ ਰਹੀ ਹੈਗੀ ਆ ਮੂੰਹ ਜ਼ਬਾਨੀ। ਬਟ ਇਹ ਨਹੀਂ ਮੈਨੂੰ ਪਤਾ ਕਿ ਮੈਂ ਸ਼ੁਰੂ ਕਦੋਂ ਕਰ ਦਿੱਤਾ ਸੀਗਾ, ਕਿ ਪਹਿਲੀ ਵਾਰ ਕਦੋਂ ਪਾਠ ਕੀਤਾ ਸੀਗਾ। ਇਸ ਕਰਕੇ ਤੁਸੀਂ ਦੇਖੋਗੇ ਤਾਂ ਮੇਰੀ ਕਵਿਤਾਵਾਂ ਵਿੱਚ ਵੀ, ਹਰ ਇੱਕ ਦੇ ਵਿੱਚ ਵੀ ਤੇ ਸੂਫੀਜ਼ਮ ਤੇ ਅਧਿਆਤਮਵਾਦ ਵੱਲ ਜ਼ਿਆਦਾ ਝੁਕੀਆਂ ਹੋਈਆਂ ਹੈਗੀਆਂ। ਕਿ ਮੈਂ ਜੇ ਕੋਈ ਆਮ ਜੀ ਗੱਲ ਵੀ ਲਿਖ ਰਹੀ ਹੈਗੀ ਆ ਨਾ, ਤੇ ਉਹਦੇ ਵਿੱਚ ਵੀ ਮੈਨੂੰ ਕੁਛ ਨਾ ਕੁਛ ਮੇਰਾ ਝੁਕਾਅ ਫਿਰ ਅਧਿਆਤਮਵਾਦ ਵੱਲ ਹੋ ਜਾਂਦਾ ਹੈ, ਤੇ ਉਹ ਵੀ ਵਿੱਚ ਨਾ ਵਿੱਚ ਕਿਤੇ ਨਾ ਕਿਤੇ ਆ ਜਾਂਦਾ, ਆਪਣੇ ਆਪ ਹੀ ਆ ਜਾਂਦਾ। ਅੱਜ ਜਿਵੇਂ ਮੈਂ ਤੁਹਾਡੀ ਕਿਤਾਬ ਵੀ ਮੈਂ ਪੁੱਛ ਰਿਹਾ ਸੀ, ਮੈਂ ਕਿਹਾ ਸੱਚ ਸੁਣਾਈ ਸੀ। ਹਾਂਜੀ, ਮੈਂ ਕਿਹਾ ਇਹ ਸ਼ਬਦ ਵੀ ਤੁਸੀਂ ਕਹਿ ਰਹੇ ਸੀ ਵੀ ਗੁਰਬਾਣੀ ਵਿੱਚ ਵੀ ਵਰਤਿਆ ਹੋਇਆ। ਜਿਵੇਂ ਇਹ ਆਪਣੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈਗਾ, ਸੱਚ ਸੁਣਾਈ ਸੀ ਸੱਚ ਕੀ ਬੇਲਾ, ਤੇ ਬਸ ਉੱਥੋਂ ਮੈਂ ਇਹ ਵਾਲਾ ਸ਼ਬਦ ਸੱਚ ਸੁਣਾਈ ਸੀ, ਕਿਉਂਕਿ ਇਹ ਮੇਰੀ ਰੂਹ ਦਾ ਸੱਚ ਹੈ। ਕਿਉਂਕਿ ਇਸ ਕਿਤਾਬ 'ਚ ਮੈਂ ਜੋ ਵੀ ਲਿਖਿਆ ਉਹ ਤੁਸੀਂ ਕਹਿ ਸਕਦੇ ਹੋ ਕਿ ਮੇਰੇ ਰੂਹ ਚੋਂ ਨਿਕਲਿਆ ਹੋਇਆ ਹੈਗਾ ਸਾਰਾ ਕੁਝ ਵੀ ਬਨਾਵਟੀ ਤੁਹਾਨੂੰ ਇਹਦੇ 'ਚ ਕੁਝ ਨਹੀਂ ਲੱਗੇਗਾ। ਇਹਨੂੰ ਪੜ੍ਹ ਲਓਗੇ ਤਾਂ ਤੁਸੀਂ ਮੈਨੂੰ ਜਾਣ ਜਾਓਗੇ ਇਹਦੇ ਵਿੱਚ, ਇਸ ਤਰ੍ਹਾਂ ਹੈਗਾ। ਤਾਂ ਕਰਕੇ ਨਾਮ ਰੱਖਿਆ ਸੀ ਸੱਚ ਸੁਣਾਈ। ਅੱਛਾ, ਕਿਉਂਕਿ ਨਾ ਹਰ ਇੱਕ ਦਾ ਕੋਈ ਨਾ ਕੋਈ ਸਫ਼ਰ ਹੁੰਦਾ, ਕੋਈ ਨਾ ਕੋਈ ਵਜ੍ਹਾ ਬਣਦੀ ਆ, ਹੈ ਨਾ, ਚੱਲਣ ਦੀ। ਤੁਸੀਂ ਇੱਥੇ ਆਉਣਾ ਸੀਗਾ, ਇੱਥੇ ਆਉਣ ਦੀ ਵਜ੍ਹਾ ਬਣੀ, ਕਿੱਥੋਂ ਚੱਲੇ ਹੋ, ਕਿੱਥੇ ਪਹੁੰਚੇ ਹੋ, ਹੈ ਨਾ। ਮੈਂ ਤੁਹਾਨੂੰ ਬੁਲਾਇਆ ਸੀ ਆਪਾਂ ਪ੍ਰੋਗਰਾਮ ਕਰਨ। ਹਾਂਜੀ। ਜਿਹੜਾ ਇਹ ਸਾਹਿਤ ਵਾਲੇ ਪਾਸੇ ਵੀ ਕਿੱਦਾਂ ਰੁਖ ਹੋਇਆ ਤੁਹਾਡਾ, ਕੀ ਵਜ੍ਹਾ ਬਣੀ? ਇਹ ਸਾਹਿਤ ਵੱਲ ਝੁਕਾਅ ਮੇਰਾ ਅੱਜ ਦਾ ਨਹੀਂ ਹੈਗਾ। ਇਹ ਵੀ ਵੈਸੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਆਪਣੀ ਪਹਿਲੀ ਜਿਹੜੀ ਕਵਿਤਾ ਲਿਖੀ ਸੀਗੀ ਉਹ ਮੈਂ ਹਿੰਦੀ 'ਚ ਲਿਖੀ ਸੀਗੀ। ਅੱਛਾ। ਤੇ ਉਹ ਤੇ ਜਿਵੇਂ ਬੈਠੇ ਕਲਾਸ 'ਚ ਬੈਠੇ, ਉਹ ਹੈਗੀ 7ਵੀਂ ਕਲਾਸ ਦੀ ਗੱਲ ਹੈ, ਉਹ ਮੈਂ ਇੱਦਾਂ ਹੀ ਤੁਕਬੰਦੀ ਕੀਤੀ ਸੀਗੀ। ਤੇ ਉਸ ਤੋਂ ਬਾਅਦ ਜਦੋਂ ਫਿਰ 84 ਦਾ ਦੌਰ ਆਇਆ, ਤੇ ਉਦੋਂ ਹਜੇ ਮੈਂ ਸਕੂਲ ਵਿੱਚ ਸੀਗੀ ਜਦੋਂ 84 87 ਆਇਆ ਹੈਗਾ 9ਵੀਂ ਕਲਾਸ 'ਚ। ਤੇ ਉਦੋਂ ਜਦੋਂ ਅੱਤਵਾਦ ਚੱਲ ਰਿਹਾ ਸੀਗਾ, ਤੇ ਉਦੋਂ ਇੱਕਦਮ ਜਿਹੜੀ ਮੇਰੇ ਮਨ 'ਤੇ ਚੀਜ਼ਾਂ ਨੇ ਅਸਰ ਕੀਤਾ, ਫਿਰ ਉਹ ਆਪਣੇ ਆਪ ਹੀ ਮੈਂ ਕਵਿਤਾ ਦੇ ਰੂਪ 'ਚ ਉਹਨੂੰ ਸੋਚ ਕੇ ਲਿਖਿਆ ਕਿ ਮੈਂ ਕਵਿਤਾ ਲਿਖਣੀ ਹੈ। ਉਹ ਮੇਰੇ ਮਨ ਦੇ ਵਲਵਲੇ ਨਾ ਉਹ ਕਵਿਤਾ ਦੇ ਰੂਪ 'ਚ ਬਾਹਰ ਆਏ ਜੋ ਸੀਗੇ। ਕੋਈ ਕਾਲੇ ਦੌਰ ਦੀ ਕਵਿਤਾ ਤੁਹਾਡੇ ਯਾਦ ਹੈ, ਜਿਹੜੀ ਉਦੋਂ ਲਿਖੀ ਹੋਵੇ? ਕਾਲੇ ਦੌਰ ਦੀ ਕਵਿਤਾ ਸਾਡੇ ਨਾਲ ਸਾਂਝੀ ਕਰ ਸਕਦੇ ਹੋ? ਜਿਹੜੀ ਉਹ ਕਵਿਤਾ ਨਾ, ਮੈਂ ਉਹਨੂੰ ਉਵੇਂ ਦੀ ਉਵੇਂ ਰੱਖਿਆ ਹੋਇਆ, ਉਹਨੂੰ ਮੈਂ ਸੋਧਿਆ ਵੀ ਨਹੀਂ ਹੈਗਾ। ਜੋ ਮੇਰੇ ਉਸ ਟਾਈਮ ਦੇ ਵਿਚਾਰ ਸੀ ਬੱਚੇ ਦੇ ਜਿਹੜੇ ਹੁੰਦੇ ਨੇ, ਉਹ ਸੀਗਾ ਕਿ ਖੂਨੀ ਰਾਹਾਂ ਤੇ ਸੜਕਾਂ ਤੇ ਦੌੜਦੇ ਪਹੁੰਚ ਗਏ ਆ ਉਸ ਮੋੜ ਤੇ, ਜਿੱਥੋਂ ਮੁੜਨਾ ਆਸਾਨ ਗੱਲ ਨਹੀਂ, ਪਿਛਾਂਹ ਨੂੰ ਤੱਕ ਮੁੜ ਜਾਣ ਦੀ ਆਸ। ਕਿ ਉਹ ਵਕਤ ਆਵੇਗਾ ਜਦੋਂ ਹੱਸਦੇ ਖੇਡਦੇ ਸਾਰੇ ਮਜ਼ਹਬ ਇੱਕ ਸੁਰ ਵਿੱਚ ਸੁਰ ਮਿਲਾਉਂਦੇ, ਤੁਰਦੇ ਜਾਂਦੇ ਤਾਂ ਰਾਹ ਮੁੱਕਦੇ ਜਾਂਦੇ, ਪਰ ਹੁਣ ਖੂਨ ਦੀ ਹੋਲੀ ਖੇਡਦੇ, ਦੌੜਦੇ ਜਾਂਦੇ ਪਰ ਕਦੇ ਰਾਹ ਮੁੱਕਣ 'ਚ ਨਾ ਆਉਂਦੇ। ਇਹ ਖੂਨੀ ਰਾਹ ਅਖੀਰ ਸਾਨੂੰ ਹਨੇਰੀ ਗੁਫਾ ਵਿੱਚ ਲਿਜਾ ਵਾੜਦੇ ਨੇ। ਇਹ ਜਦੋਂ ਕਵਿਤਾ ਮੈਂ ਉਦੋਂ ਹੀ ਲਿਖੀ ਪਈ ਸੀ, ਪੁਰਾਣੀ ਡਾਇਰੀ 'ਚ ਆਪਣੀ ਪਈ ਸੀਗੀ। ਤੇ ਜਦੋਂ ਮੈਂ ਪੜ੍ਹਿਆ, ਮੈਂ ਕਿਹਾ ਮੈਂ ਉਸ ਟਾਈਮ ਇਹ ਸ਼ਬਦ ਲਿਖੇ ਸੀਗੇ, ਤੇ ਮੈਨੂੰ ਕੁਝ ਜੇ ਸੋਧਾਂ ਕਰਨ ਵਾਸਤੇ, ਪਰ ਮੇਰਾ ਮਨ ਵੀ ਨਹੀਂ ਮੰਨਿਆ ਤੇ ਮੈਨੂੰ ਕੁਝ ਲੱਭਿਆ ਹੀ ਨਹੀਂ ਕਿ ਮੈਂ ਇਹਨੂੰ ਕਿੱਦਾਂ ਸੋਧਾਂ। ਬਸ ਫਿਰ ਮੈਂ ਉਹਨੂੰ ਉਵੇਂ ਦੀ ਉਵੇਂ ਰੱਖਿਆ ਹੋਇਆ ਹੈ। ਇਹ ਛਪਵਾਈ ਹੈ ਕਿਤੇ? ਨਹੀਂ, ਇਹ ਛਪਵਾਈ ਵੀ ਨਹੀਂ।
ਕੁਦਰਤੀਓ ਆਪਣੀ ਗੱਲਬਾਤ ਜਿਹੜੀ ਸ਼ੁਰੂ ਹੋਈ ਆ ਉਸੇ ਤਰੀਕੇ ਨਾਲ ਹੀ ਹੋਈ ਆ ਹਨਾ। ਹਾਂਜੀ। ਜਿਵੇਂ ਅੱਜ ਆ ਜੂਨ ਦਾ ਮਹੀਨਾ ਵੀ ਚੱਲ ਰਿਹਾ ਹੋਣਾ ਹਨਾ। ਹਾਂਜੀ, ਹਾਂਜੀ। ਉਹ ਦਿਨ ਚੱਲ ਰਹੇ ਨੇ, ਉਹ ਸ਼ਹਾਦਤਾਂ ਦੇ ਕਾਲੇ ਦੌਰ ਦੀ ਕਵਿਤਾ ਤੁਸੀਂ ਸੁਣਾਈ। ਕਿੱਦਾਂ ਦੀ ਫਿਜ਼ਾ ਸੀ, ਕਿੱਦਾਂ ਦਾ ਮਾਹੌਲ ਸੀ ਪੰਜਾਬ ਦਾ, ਇੱਕ ਬਾਲ ਮਨ ਤੇ ਬਾਲ ਚਿੱਤ ਤੇ 9ਵੀਂ ਕਲਾਸ 'ਚ ਪੜ੍ਹਦੀ ਕੁੜੀ ਦੇ ਉੱਤੇ ਉਸ ਵਕਤ ਦਾ ਕੀ ਕਹਿ ਲਓ ਵੀ ਅਸਰ ਹੋਇਆ? ਜਦੋਂ ਉਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਸੀਗਾ, ਸਾਕਾ ਨੀਲਾ ਤਾਰਾ, ਤੇ ਉਦੋਂ ਬਾਅਦ ਸਾਨੂੰ ਸਕੂਲ 'ਚ ਛੁੱਟੀਆਂ ਹੋ ਗਈਆਂ ਸੀ। ਮੈਂ ਕਰਫਿਊ ਲੱਗ ਗਿਆ ਸੀ ਸਾਰੇ ਪਾਸੇ। ਸਾਨੂੰ ਉਦੋਂ ਇਹ ਨਹੀਂ ਸੀ ਪਤਾ ਕਿ ਜਿਵੇਂ ਬੱਚਿਆਂ ਨੂੰ ਹੁੰਦਾ ਕਿ ਛੁੱਟੀਆਂ ਹੋ ਗਈਆਂ, ਪਰ ਹੌਲੀ ਹੌਲੀ ਜਿਵੇਂ ਸਾਨੂੰ ਫਿਰ ਪਤਾ ਲੱਗਣ ਲੱਗਿਆ। ਜਿਵੇਂ ਉਸ ਤੋਂ ਬਾਅਦ ਜਦੋਂ 84 ਦੇ ਦੰਗੇ ਹੋਏ, ਕਿਉਂਕਿ ਸਾਡੇ ਬਿਲਕੁਲ ਨਾਲ ਵਾਲੇ ਘਰ 'ਚ ਆ ਕੇ ਦਿੱਲੀ ਦੇ ਜਿਹੜੇ ਕਿ ਉਸ ਸਮੇਂ 84 ਦੇ ਪੀੜਿਤ ਸੀਗੇ ਪਰਿਵਾਰ, ਉਹ ਆ ਕੇ ਉਹਨਾਂ ਨੇ ਘਰ ਖਰੀਦਿਆ ਤੇ ਉਹ ਰਹੇ ਸੀ ਉੱਥੇ ਆ ਕੇ। ਉਹਨਾਂ ਦਾ ਕੀ ਹੋਇਆ ਸੀਗਾ, ਉਹ ਜਿਸ ਤਰ੍ਹਾਂ ਅੱਗਾਂ ਲਾਈਆਂ ਸੀ, ਟਾਇਰ ਗਲਾਂ 'ਚ ਪਾਏ ਸੀ, ਤੇ ਜਿਹੜੇ ਉਹ ਮਤਲਬ ਕਿ ਸਾਡੇ ਤੋਂ ਤਾਂ ਵੱਡੀ ਉਮਰ ਦੇ ਸੀਗੇ, ਬਟ ਉਹ ਉਦੋਂ ਰਹੇ ਹੋਣੇ ਉਹ 25-30 ਸਾਲ ਦੀ ਉਮਰ 'ਚ, ਜਿਹੜੇ ਜਿਨ੍ਹਾਂ ਦੇ ਬਾਰੇ ਮੈਂ ਗੱਲ ਕਰ ਰਹੀ ਹਾਂ, ਕਿ ਉਹਨਾਂ ਨੂੰ ਵੀ ਅੱਗ ਲਗਾਈ ਹੋਣੀ ਹੈਗੀ ਹੈ। ਤੇ ਉਹ ਨਾ ਬਹੁਤ ਸਾਰੇ ਝੁਲਸ ਗਏ ਸੀਗੇ ਬਿਲਕੁਲ ਹੀ, ਤੇ ਉਹ ਉਸ ਟਾਈਮ ਤੇ ਵੀਲ ਚੇਅਰ ਤੇ ਸੀਗੇ। ਉਹਨਾਂ ਦਾ ਮੇਰੇ ਖਿਆਲ ਬੇਟਾ ਰਿਹਾ ਹੋਣਾ ਜਿਹੜਾ ਪਰਿਵਾਰ ਸੀ, ਜਾਂ ਉਹਨਾਂ ਦਾ ਭਰਾ ਰਿਹਾ ਹੋਣਾ ਨਾਲ, ਕਿ ਉਹ ਯੰਗ ਏਜ ਸੀਗੇ। ਤੇ ਜਦੋਂ ਉਹਨਾਂ ਨੂੰ ਦੇਖਣਾ ਤਾਂ ਮਨ 'ਚ ਨਾ, ਕਿਉਂਕਿ ਉਹ ਅੰਦਰ ਹੀ ਰਹਿੰਦੇ ਸੀਗੇ। ਅਸੀਂ ਜਿਵੇਂ ਅੱਗੋਂ ਘਰੋਂ ਨਿਕਲਣਾ, ਜਿਵੇਂ ਬੱਚੇ ਖੇਡਦੇ ਹੁੰਦੇ ਨੇ ਬਾਹਰ, ਤਾਂ ਉਹਨਾਂ ਨੇ ਨਾ, ਮੈਨੂੰ ਯਾਦ ਹੈ ਵੀਲ ਚੇਅਰ ਦੀ ਸ਼ੈਡੋ ਜੀ ਦਿਖਦੀ ਹੁੰਦੀ ਸੀਗੀ, ਤੇ ਸੁਣ ਜਾਂਦਾ ਸੀਗਾ ਵੀ ਇਹ ਬਿਲਕੁਲ ਇਹਨਾਂ ਦਾ ਸਰੀਰ ਜਲ ਚੁੱਕਿਆ ਹੈਗਾ ਇਸ ਦੰਗਿਆਂ ਦੇ ਵਿੱਚ। ਤੇ ਉਹ ਚੀਜ਼ ਨੇ ਇੱਕ ਮਨ ਤੇ ਦਹਿਸ਼ਤ ਵੀ ਕੀਤੀ, ਜਿਵੇਂ ਹੁੰਦੀ ਹੈ ਮਨ ਤੇ ਇੱਕ ਜਿਵੇਂ ਕਹਿੰਦੇ ਨਾ ਆਪਾਂ ਨੂੰ ਕੋਈ ਚੀਜ਼ ਠਾਹ ਕਰਕੇ ਮਨ ਤੇ ਲੱਗਦੀ ਹੈ, ਤੇ ਫਿਰ ਤੁਹਾਡੇ ਮਨੋਂ ਕੁਝ ਵਲਵਲੇ ਨਿਕਲ ਕੇ ਬਾਹਰ ਆਉਂਦੇ ਨੇ। ਫਿਰ ਆਸ-ਪਾਸ ਦਾ ਸੁਣਨਾ, ਸਾਰਾ ਕੁਝ, ਇਹ ਚੀਜ਼ਾਂ ਨੇ ਕਾਫੀ ਅਸਰ ਪਾਇਆ ਸੀ ਮਨ ਤੇ ਫਿਰ ਇਸ ਤਰੀਕੇ ਨਾਲ ਫਿਰ ਮੈਂ ਇਹ ਵਾਲੀ ਕਵਿਤਾ ਲਿਖੀ ਸੀਗੀ ਉਸ ਟਾਈਮ ਤੇ। ਫਿਰ ਉਸ ਤੋਂ ਬਾਅਦ ਹੋਰ ਵੀ ਬਹੁਤ ਲਿਖੀਆਂ, ਬਟ ਫਿਰ ਉਹ ਕਹਿ ਲਓ ਤੁਸੀਂ ਪਿਆਰ ਦੀ ਕਵਿਤਾ ਸੀਗੀ ਉਸ ਤੋਂ ਬਾਅਦ। ਹਾਂ, ਉਹ ਇੱਕ ਸਮਾਂ ਸੀ ਜਿਹੜਾ ਉਦੋਂ ਕਲੋ ਚਾਰੇ ਪਾਸੇ ਚੱਲ ਰਿਹਾ ਸੀਗਾ, ਤੇ ਉਹਨਾਂ ਸਾਰੇ ਸ਼ਹੀਦਾਂ ਨੂੰ ਨਮਨ ਆ ਸਾਡੇ ਵੱਲੋਂ। ਚਲੋ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਤੁਹਾਡੇ ਸਾਹਿਤ ਵਾਲੇ ਪਾਸੇ ਵੱਧਦੇ ਹਾਂ। ਅੱਛਾ, ਉਸ ਤੋਂ ਬਾਅਦ ਜਿਹੜੀ ਤੁਹਾਡੀ ਕਵਿਤਾ, ਚਲੋ ਤੁਸੀਂ ਬਹੁਤ ਛੋਟੀ ਉਮਰ 'ਚ ਲਿਖਣ ਲੱਗ ਗਏ ਸੀਗੇ, ਪਰ ਜਿਹੜੇ ਮਨ ਦੇ ਪਰਿੰਦੇ ਆ ਉਹ ਤਾਂ 2013 'ਚ ਜਾ ਕੇ ਉੱਡੇ, ਉਹ ਤਾਂ 2013 'ਚ ਕਿਤਾਬ ਆਈ। ਉਹਦੇ ਬਾਰੇ ਦੱਸੋ ਵੀ ਇੰਨਾ ਵਕਫਾ, ਇੰਨਾ ਸਮਾਂ ਕਾਹਤੋਂ ਲੱਗ ਗਿਆ? ਇਹ ਮਨ ਦੇ ਪਰਿੰਦੇ 2013 'ਚ ਨਹੀਂ ਸੀ ਉੱਡੇ, ਇਹ ਤਾਂ ਸ਼ੁਰੂ ਤੋਂ ਹੀ ਉੱਡਦੇ ਆ ਰਹੇ ਸੀਗੇ। ਤੇ ਕਿਵੇਂ ਹੋਇਆ ਕਿ ਮੈਨੂੰ ਆਪ ਨੂੰ ਹੀ ਨਹੀਂ ਸੀ ਪਤਾ ਕਿ ਮੈਨੂੰ ਕਿਹੜਾ ਰਸਤਾ ਅਪਣਾਉਣਾ ਚਾਹੀਦਾ ਹੈ, ਕਿ ਕਵਿਤਾ ਹੋਰ ਲਿਖਣੀ ਚਾਹੀਦੀ, ਕਿਉਂਕਿ ਮੈਂ ਕਦੇ ਕਿਸੇ ਨੂੰ ਦਿਖਾਉਂਦੀ ਨਹੀਂ ਸੀ। ਇੱਥੋਂ ਤੱਕ ਕਿ ਘਰ ਵੀ ਕਿਸੇ ਨੂੰ ਨਹੀਂ ਸੀ ਪਤਾ ਕਿ ਮੈਂ ਕਵਿਤਾ ਲਿਖਦੀ ਹਾਂ। ਗੱਲ ਹੈਗੀ ਹੈ, ਮੇਰੇ ਕੋਲ ਸਾਇੰਸ ਸੀਗਾ, ਵਿਸ਼ਾ ਸੀਗਾ ਕਿ ਸਾਡੇ ਕੈਮਿਸਟਰੀ ਦਾ, ਜਿਵੇਂ ਕਹਿ ਰਹੇ ਨਾ, ਲੈਬ 'ਚ ਸਾਡਾ ਚੱਲਦਾ ਪਿਆ ਸੀਗਾ, ਪ੍ਰੈਕਟੀਕਲ ਚੱਲ ਰਿਹਾ ਸੀ। ਤੇ ਸਾਡੇ ਪੰਜਾਬੀ ਟੀਚਰ ਨੇ ਆ ਕੇ ਅਨਾਉਂਸਮੈਂਟ ਕੀਤੀ ਕਿ ਕਾਲਜ ਮੈਗਜ਼ੀਨ ਛਪਣਾ, ਤੇ ਜੇ ਕਿਸੇ ਵੀ ਸਟੂਡੈਂਟ ਨੇ ਆਪਣੀ ਰਚਨਾ ਜਾਂ ਕੋਈ ਕਵਿਤਾ ਕਹਾਣੀ ਲਿਖਣਾ ਦੇਣਾ ਚਾਹੁੰਦਾ ਹੋਵੇ ਤੇ ਸਾਨੂੰ ਆਵਲੀ ਤਰੀਕ ਤੱਕ ਦੇ ਜਾਵੇ ਆ ਕੇ। ਤੇ ਮੈਂ ਸੋਚਿਆ ਚੱਲ ਮੈਂ ਵੀ ਦੇ ਦੂੰਗੀ ਕੋਈ ਆਪਣੀ, ਤੇ ਮੇਰੀ ਫਰੈਂਡ ਦੇਣ ਜਾ ਰਹੀ ਸੀ ਆਪਣੀ ਲਿਖੀ ਹੋਈ ਕਹਾਣੀ, ਤੇ ਮੈਂ ਕਿਹਾ ਮੇਰੀ ਆ ਕਵਿਤਾ ਵੀ ਨਾਲ ਹੀ ਲੈ ਜਾ। ਮੈਂ ਆਪ ਨਹੀਂ ਗਈ, ਤੇ ਉਹਨਾਂ ਨੇ ਸਰ ਨੂੰ ਕਵਿਤਾ ਦਿੱਤੀ ਮੇਰੀ ਵੀ ਛਪਣ ਵਾਸਤੇ ਜੀ। ਬਟ ਫਿਰ ਸਰ ਨੇ ਜਦੋਂ ਪੜ੍ਹੀ ਉਹਨਾਂ ਨੇ, ਤੇ ਫਿਰ ਉਹਨਾਂ ਨੇ ਮੈਨੂੰ ਬੁਲਾਇਆ ਕਿ ਉਹ ਸਟੂਡੈਂਟ ਨੂੰ ਬੁਲਾ ਕੇ ਲੈ ਕੇ ਆਓ। ਫਿਰ ਉਹਨੇ ਮੈਨੂੰ ਪੁੱਛਿਆ ਕਿ ਆਪ ਲਿਖੀ ਹੈ? ਮੈਂ ਕਿਹਾ ਹਾਂਜੀ ਮੈਂ ਹੀ ਲਿਖੀ ਹੈ। ਕਹਿੰਦੇ ਹੋਰ ਵੀ ਲਿਖੀਆਂ ਨੇ? ਫਿਰ ਮੈਂ 2-3 ਹੋਰ ਦਿਖਾਈਆਂ, ਤੇ ਜਿੱਥੇ ਮਤਲਬ ਕਿ ਸਟੂਡੈਂਟ ਨੂੰ ਇੱਕ ਕਵਿਤਾ ਜਾਂ ਰਚਨਾ ਦੀ ਜਗ੍ਹਾ ਮਿਲੀ ਸੀ ਮੈਗਜ਼ੀਨ 'ਚ, ਮੇਰੀਆਂ ਉਸ ਟਾਈਮ ਤੇ ਸਰ ਨੇ 2 ਛਾਪੀਆਂ ਸੀਗੀਆਂ, ਤੇ ਉਹ ਵੀ ਫਿਰ ਮੈਂ ਲਿਖਿਆ ਸੀ ਜਿਹੜਾ ਮੈਂ ਉਹ ਰੱਖ ਦਿੱਤਾ। ਮਤਲਬ ਕਿ ਮੇਰੀ ਬਹੁਤ ਅਰਲੀ ਮੈਰਿਜ ਹੈ, ਜਲਦੀ BSc ਪਾਰਟ 1 'ਚ ਹੀ ਹੁੰਦੇ ਹੁੰਦੇ ਮੇਰਾ ਵਿਆਹ ਹੋ ਗਿਆ ਸੀਗਾ। ਅੱਛਾ, ਉਦੋਂ ਛੋਟੀ ਉਮਰ 'ਚ ਪਹਿਲਾਂ ਕਰ ਦਿੰਦੇ ਸੀ ਵਿਆਹ? ਉਦੋਂ ਨਹੀਂ, ਆਈ ਮੀਨ ਕਿ ਇਹ 92-93 ਦੀ ਗੱਲ ਹੈਗੀ ਹੈ। ਅੱਛਾ, ਤੇ ਉਦੋਂ ਮੈਰਿਜ ਜਲਦੀ, ਅਰਲੀ ਮੈਰਿਜ ਸੀਗੀ, ਅਰੇਂਜ ਮੈਰਿਜ ਸੀ? ਹਾਂਜੀ। ਤੇ ਉਦੋਂ ਉਸ ਟਾਈਮ ਜਿਵੇਂ ਕਹਿ ਦੋ ਕਿ ਵਿਰਾਮ ਲੱਗ ਗਿਆ ਮੇਰੀਆਂ ਕਵਿਤਾ ਕਹਾਣੀਆਂ ਨੂੰ, ਜੋ ਵੀ ਹੈ।
ਮੈਂ ਆਪਣੇ ਹਸਬੈਂਡ ਨੂੰ ਕਹਿਣਾ ਕਿ ਮੇਰੀ ਡਾਇਰੀ ਪਈ ਹੈ, ਜੇ ਕਿਤੇ ਬਾਈ ਚਾਂਸ ਮੈਨੂੰ ਕੁਝ ਹੋ ਗਿਆ ਨਾ ਤੇ ਤੁਸੀਂ ਛਪਵਾ ਦਿਓ ਪਲੀਜ਼। ਤੇ ਉਹਨਾਂ ਨੇ ਹੱਸ ਕੇ ਟਾਲ ਦੇਣਾ, ਕਿਉਂਕਿ ਉਹਨਾਂ ਦਾ ਬਿਲਕੁਲ ਵੀ ਇਸ ਚੀਜ਼ 'ਚ ਜਿਵੇਂ ਰੁਚੀ ਨਹੀਂ, ਇੰਟਰਸਟ ਨਹੀਂ ਹੈਗਾ। ਤੇ ਫਿਰ ਜਦੋਂ ਮੈਂ ਥੋੜਾ ਹੋਰ ਲਿਖਿਆ, ਜਦੋਂ ਬੱਚੇ ਵੱਡੇ ਹੋਏ ਮੇਰੇ, ਲਿਖਿਆ ਤੇ ਮੈਂ ਫਿਰ ਆਪਣੇ ਜਿਵੇਂ ਦੋਸਤ ਮਿੱਤਰ ਕਿਸੇ ਨੂੰ ਪੜ੍ਹਾਉਣਾ ਤੇ ਉਹਨਾਂ ਨੇ ਕਹਿਣਾ ਕਿ ਹੋਰ, ਉਹਨਾਂ ਨੇ ਪੁੱਛਣਾ ਕਿ ਹੋਰ ਕੀ ਲਿਖਿਆ ਹੈਗਾ। ਫਿਰ ਉਹਨਾਂ ਨੇ, ਮੇਰੀ ਸਿਸਟਰ ਨੇ ਮੈਨੂੰ ਸਲਾਹ ਦਿੱਤੀ ਕਿ ਇਹ ਕਿਉਂ ਵੇਟ ਕਰਨੀ ਹੈ ਕਿ ਮੇਰੇ ਮਰਨ ਤੋਂ ਬਾਅਦ ਛਪੀ ਜਾਵੇ ਕਿਤਾਬ, ਛਪੇ, ਆਪ ਕਿਉਂ ਨਹੀਂ ਛਪਵਾਣੀ। ਫਿਰ ਮੇਰੇ ਮਨ 'ਚ ਆਇਆ, ਫਿਰ ਮੈਂ ਸਾਰੀਆਂ ਉਹਨਾਂ ਨੂੰ ਕਵਿਤਾਵਾਂ ਨੂੰ, ਗਜ਼ਲਾਂ ਜੋ ਵੀ ਪੁਰਾਣੀਆਂ ਵੀ ਲਿਖੀਆਂ ਹੋਈਆਂ ਸੀ ਤੇ ਉਸ ਦੌਰ ਤੇ ਵੀ ਫਿਰ ਮੈਂ ਲਿਖੀਆਂ ਥੋੜ੍ਹੀਆਂ ਜਿਹੀਆਂ, ਤੇ ਉਹਨਾਂ ਨੂੰ ਫਿਰ ਮੈਂ ਇਕੱਠਾ ਕੀਤਾ, ਫਿਰ ਉਹਦਾ ਖਰੜੇ ਦੇ ਰੂਪ 'ਚ ਲੈ ਕੇ ਆਂਦਾ। ਫਿਰ ਉਸ ਤੋਂ ਬਾਅਦ ਫਿਰ ਮਨ ਦੇ ਪਰਿੰਦੇ ਹੋਂਦ ਵਿੱਚ ਆਈ। ਫਿਰ ਹੋਂਦ ਵਿੱਚ ਇਹ 'ਚ ਗਜ਼ਲ ਜ਼ਿਆਦਾ ਲਿਖੀ ਹੋਈ ਹੈ ਤੁਸੀਂ? ਹਾਂਜੀ, ਉਸ ਟਾਈਮ ਤੇ ਕਿਉਂਕਿ ਗਜ਼ਲ ਦੀਆਂ ਲਿਖੀਆਂ ਹੋਈਆਂ ਸੀਗੀਆਂ, ਪਰ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਆਪਣੀ ਪਹਿਲੀ ਕਿਤਾਬ ਥੋੜੀ ਜੀ ਕੱਚਾਪਨ ਰਹਿ ਜਾਂਦਾ ਨਾ, ਜਿਵੇਂ ਫਿਰ ਵੀ ਆਪਾਂ ਪਰਿਪੱਕ ਨਹੀਂ ਕਹਿੰਦੇ ਨਾ। ਮੈਂ ਨਾ ਇੱਥੇ ਇੱਕ ਗੱਲ ਕੋਟ ਕਰਨੀ ਚਾਹੁੰਦਾ। ਮੈਂ ਆਪਣੇ ਨਾ ਪਟਿਆਲੇ ਯੂਨੀਵਰਸਿਟੀ 'ਚ ਨੇ ਵੀਰ ਦਵਿੰਦਰ, ਉਹਨਾਂ ਦੀ ਇੱਕ ਨਾ ਕਿਤਾਬ ਆਈ ਹੈ ਇੱਕੋ ਹੀ ਪਾ ਦੇ ਪਹਿਲਾਂ, ਤੇ ਉਹਨਾਂ ਨੂੰ ਉਸ ਕਿਤਾਬ ਕਰਕੇ ਵੀ ਸਾਹਿਤ ਅਕੈਡਮੀ ਵੱਲੋਂ ਪੁਰਸਕਾਰ ਮਿਲਿਆ ਹੋਇਆ। ਮੋਟੀਵੇਸ਼ਨਲ ਬੁੱਕ ਆ ਉਹ। ਉਹਦੇ ਵਿੱਚ ਉਹ ਲਿਖਦੇ ਆ, ਕਹਿੰਦਾ ਜਦੋਂ ਪਰਪੱਕਤਾ ਤੁਹਾਡੀ ਰਾਹ ਦਾ ਰੋੜਾ ਬਣਦੀ ਹੋਵੇ ਨਾ, ਉਦੋਂ ਕੱਚ ਘਰੜ ਕੰਮ ਨਾਲ ਹੀ ਅੱਗੇ ਵੱਧ ਜਾਣਾ ਚਾਹੀਦਾ। ਹਾਂਜੀ, ਪਰਪੱਕਤਾ ਪਿੱਛੇ ਨਹੀਂ ਭੱਜਣਾ ਚਾਹੀਦਾ ਵੀ ਮੈਂ ਜਦੋਂ ਜ਼ਿਆਦਾ ਹੀ ਵਧੀਆ ਲਿਖੂੰਗਾ ਉਦੋਂ ਹੀ ਛਪਵਾਵਾਂ। ਨਹੀਂ, ਜਿਹੜਾ ਕੰਮ ਹੈਗਾ ਤੁਸੀਂ, ਕਿਉਂਕਿ ਚੱਲਦੇ ਰਹਿਣਾ ਥੋੜਾ ਜਿਹਾ ਜ਼ਰੂਰੀ ਆ। ਉਸ ਤੋਂ ਬਾਅਦ ਹੀ ਫਿਰ ਜੇ ਤੁਸੀਂ ਚੱਲੇ ਤਾਂ ਹੀ ਉਹਦਾ ਫਿਰ ਸੱਚ ਸੁਣਾਈ ਸੀ ਆਈ। ਫਿਰ ਉਦੋਂ ਬਾਅਦ 'ਚ ਕਿੰਨੀਆਂ ਕਿਤਾਬਾਂ, ਤੁਸੀਂ ਤੁਹਾਡਾ ਸਫ਼ਰ ਦੇਖੋ ਕਿੰਨਾ। ਤਸਬੀਹ ਆਈ, ਅੱਛਾ ਤਸਬੀਹ ਉਦੋਂ ਬਾਅਦ 'ਚ ਆਈ ਸੀਗੀ? ਨਹੀਂ, ਤਸਬੀਹ ਮੇਰੀ ਪਹਿਲਾਂ ਆਈ ਹੈ, ਫਿਰ ਉਸ ਤੋਂ ਬਾਅਦ ਸੱਚ ਸੁਣਾਈ ਸੀ ਆਈ ਸੀਗੀ। ਤਸਬੀਹ ਦੇ ਵਿੱਚ ਕਿੱਦਾਂ ਦੀਆਂ ਰਚਨਾਵਾਂ ਨੇ? ਤਸਬੀਹ ਦੇ ਵਿੱਚ ਵੀ, ਇਹਦੇ 'ਚ ਟੱਪੇ ਵੀ ਹੈ, ਗੀਤ ਵੀ ਹੈ, ਤੇ ਇਹਦੇ 'ਚ ਨਜ਼ਮ ਵੀ ਹੈਗੀ ਹੈ, ਤੇ ਬਟ ਇਹ 'ਚ ਗਜ਼ਲ ਨਹੀਂ ਹੈਗੀ। ਅੱਛਾ, ਮੈਂ ਨਾਲੋਂ ਨਾਲ ਇੱਕ ਸਵਾਲ ਹੋਰ ਕਰਦੇ ਹਾਂ। ਕਿਹੜੀ ਕਵਿਤਾ, ਕਿਹੜੀ ਗਜ਼ਲ, ਕਿਹੜੀ ਰਚਨਾ ਤੁਹਾਡੀ ਬਾਹਲੇ ਲਾਡਲੇ ਜਵਾਕ ਨੂੰ ਜਿਹੜੀ ਨੇੜੇ ਆ ਤੁਹਾਡੇ, ਸਾਡੇ ਨਾਲ ਸਾਂਝੀ ਕਰਨੀ ਚਾਹੋਗੇ? ਮੈਂ ਜਿਵੇਂ ਕਹਿ ਰਹੀ ਹਾਂ ਨਾ ਕਿ ਬਹੁਤ ਹੀ ਸੰਵੇਦਨਸ਼ੀਲ ਆ, ਮੈਨੂੰ ਆਪਣੀ ਸਾਰੀ ਕਵਿਤਾ ਹੀ ਬਹੁਤ ਪਸੰਦ ਹੈ, ਪਰ ਕਿਤੇ ਕਿਤੇ ਜਦੋਂ ਆਪਾਂ ਪੁਰਾਣੀ ਆਪਣੀ ਕੋਈ ਵੀ ਕਵਿਤਾ ਪੜ੍ਹਦੇ ਹਾਂ ਤਾਂ ਉਦੋਂ ਉੱਥੇ ਲੱਗਦਾ ਨਾ ਕਿ ਇੱਥੇ ਮੈਂ ਕੁਝ ਹੋਰ ਲਿਖ ਸਕਦੀ ਸੀਗੀ, ਕਿਉਂਕਿ ਜਿਵੇਂ ਜਿਵੇਂ ਆਪਣੀ ਨਜ਼ਰੀਆ, ਸੋਚ ਹੋਰ ਵਾਈਡ ਹੁੰਦਾ ਤੇ ਆਪਾਂ ਨੂੰ ਲੱਗਦਾ ਕਿ ਨਹੀਂ ਇੱਥੇ ਆਹ ਸ਼ਬਦ ਆ ਸਕਦਾ ਸੀ ਤੇ ਜ਼ਿਆਦਾ ਚੰਗਾ ਲੱਗਦਾ। ਤੇ ਉਹ ਕਾਫੀ ਇਦਾਂ ਦੀਆਂ ਹੈਗੀਆਂ ਜਿਨ੍ਹਾਂ ਤੋਂ ਥੋੜਾ ਜਿਹਾ ਮਨ ਹੈ ਨਹੀਂ ਗਾ ਮੁਤਾਸਿਰ ਕਹਿ ਦੋ ਕਿ, ਪਰ ਆਪਦੀ ਗਲਤੀ ਨੂੰ ਮੰਨ ਲੈਣਾ ਵੀ ਵੱਡੀ ਗੱਲ ਹੁੰਦੀ ਹੈ। ਮੈਨੂੰ ਲੱਗਦਾ ਕਿ ਇੱਥੇ ਥੋੜਾ ਜਿਹਾ ਜਿਵੇਂ ਮਨ ਦੇ ਪਰਿੰਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਕੱਚ ਘਰੜ ਤੁਸੀਂ ਕਿਹਾ, ਤੇ ਮੈਨੂੰ ਲੱਗਦਾ ਹੁੰਦਾ ਕਿ ਮੈਂ ਇਹ ਕਿਉਂ ਲਿਖਿਆ ਸੀਗਾ, ਇਹ ਕਿ ਇਹਦੇ ਬਿਨਾਂ ਵੀ ਤਾਂ ਸਰਦਾ ਸੀ ਨਾ। ਮਨ ਦੇ ਪਰਿੰਦੇ ਬਿਨਾਂ ਨਹੀਂ, ਮਨ ਦੇ ਪਰਿੰਦੇ ਇੱਕ ਅੱਧੀ ਕੋਈ ਦੇ ਵਿੱਚ ਕੋਈ ਚੀਜ਼। ਹਾਂ, ਕੋਈ ਚੀਜ਼। ਅੱਛਾ, ਤੁਸੀਂ ਉਹਨੂੰ ਬੜਾ ਦਿਲ ਤੇ ਨਾ ਲਾਓ, ਕਿਉਂਕਿ ਹਰ ਕੋਈ ਕਹ ਲੋ ਹਰ ਪਾਸਿਓਂ ਨਹੀਂ ਸੰਪੂਰਨ ਹੁੰਦਾ। ਚੱਲਣ ਦੇ ਨਾਲ ਹੀ ਪਤਾ ਲੱਗਦਾ, ਜਦੋਂ ਰੁੜਦੇ ਆ ਨਾ, ਪਹਿਲਾਂ ਰੁੜਦੇ ਆ, ਗੋਡੇ ਗਿੱਟੇ ਛਿੱਲਦੇ ਆ, ਡਿੱਗਦੇ ਵੀ ਆ, ਫੇਰ ਤੁਰਨਾ ਜਵਾਕ ਸਕਦਾ ਤੇ ਫਿਰ ਭੱਜਣਾ ਵੀ ਸਕਦਾ। ਮੈਮ, ਹੁਣ ਮੈਂ ਬਾਲਾ ਗੱਲਾਂ 'ਚ ਨਹੀਂ ਪੈਂਦਾ, ਮੈਂ ਤੁਹਾਡੀ ਨਾ ਰਚਨਾ ਕੋਈ ਸੁਣਨੀ ਚਾਹਣਾ। ਤੁਸੀਂ ਸੂਫੀਜ਼ਮ, ਅਧਿਆਤਮ ਦੇ ਨੇੜੇ ਬੜਾ ਕੁਝ ਲਿਖਦੇ ਹੋ, ਸੋ ਸਾਡੇ ਦਰਸ਼ਕਾਂ ਨੂੰ ਵੀ ਉਹਦਾ ਮਜ਼ਾ ਥੋੜਾ ਜਿਹਾ ਚੱਖ ਲੈਣ ਦਿਓ, ਤੁਹਾਡੇ ਸ਼ਬਦਾਂ ਦਾ, ਬੋਲਾਂ ਦਾ। ਮੇਰੀ ਇਹ ਕਵਿਤਾ ਦਾ ਨਜ਼ਮ ਦਾ ਅਨੁਵਾਨ ਹੈ ਅਲਖ, ਕਿ ਕਰੰਗ ਨੂੰ ਮਸਤ ਕਲੰਦਰ ਕਰ ਦੇ, ਮਨ ਨੂੰ ਹੁਣ ਤੂੰ ਮੰਦਰ ਕਰ ਦੇ, ਅਲਖ ਜਗਾ ਦੇ, ਚਿੰਤਨ ਭਰ ਦੇ, ਨਿਥਾਵੇਂ ਨੂੰ ਕਿਸੇ ਥਾਵੇਂ ਕਰ ਦੇ। ਸਾਹਾਂ ਦੇ ਮੁੱਕ ਜਾਣ ਤੋਂ ਪਹਿਲਾਂ, ਮਿੱਟੀ ਵਿੱਚ ਖੁਰ ਜਾਣ ਤੋਂ ਪਹਿਲਾਂ, ਚਾਨਣ ਭਰ ਦੇ, ਨਿਰਮਲ ਕਰ ਦੇ, ਬੂੰਦ ਪਈ ਨੂੰ ਸਾਗਰ ਕਰ ਦੇ। ਝੂਠ ਦੀ ਗਠੜੀ ਬੰਨੀ ਫਿਰਦਾ, ਬੰਦਾ ਕੀ ਚੁੱਕੀ ਫਿਰਦਾ, ਹੌਲਾ ਕਰ ਦੇ, ਫੁੱਲ ਤੋਂ ਕਰ ਦੇ, ਭੌਜਲ ਪਾਰ ਉਤਾਰਾ ਕਰ ਦੇ। ਭੁੱਖੀਆਂ ਰੂਹਾਂ ਬੇਮੁਖ ਹੋਈਆਂ, ਨਾ ਇਹ ਤੇਰੇ ਨੇੜ ਖਲੋਈਆਂ, ਗਹਿਰ ਹਟਾ ਦੇ, ਨੂਰ ਜਗਾ ਦੇ, ਚਾਨਣ ਨੂੰ ਹਰ ਮੌਜ 'ਚ ਭਰ ਦੇ। ਕਿਆ ਬਾਤ। ਜੰਮਿਆ ਜੋ ਹਰ ਜੁਗ ਸਹੰਕਾਰੀ, ਸਤਕਾਰੀ ਕਰਤਾਰੀ ਕਰ ਦੇ, ਮੈਂ ਤੇ ਰੱਬ ਨੂੰ ਵੱਖਰਾ ਕਰਕੇ, ਹਰ ਨਾਕਸ਼ ਨੂੰ ਪ੍ਰਲਾਦ ਤੋਂ ਕਰ ਦੇ। ਲੱਖ ਰਹਿਮਤਾਂ ਕੰਮ ਨਾ ਆਈਆਂ, ਦੂਤ ਮੁਹੱਬਤਾਂ ਦੇ ਜ਼ਹਿਰਾਂ ਖਾਈਆਂ, ਚੜੇ ਹੋਏ ਪਾਣੀ ਨੂੰ ਕਹਿ ਦੇ, ਸੋਹਣੀ ਨੂੰ ਹੁਣ ਪਾਰ ਤੋਂ ਕਰ ਦੇ। ਇਹ ਹੈਨ ਜੋ ਰੰਗਤਾਂ ਤੇਰੀਆਂ, ਸਭੇ ਪੁਰਖਾਂ ਵਿੱਚ ਵਸੰਦੀਆਂ,
ਦਿਆਲ ਕਰਦੇ ਉਜਿਆਰ ਕਰਦੇ ਸਬਰ ਫਕੀਰੀ ਹਰ ਅਗ ਪਰਦੇ। ਕੀ ਬਾਤ ਹੈ, ਬਹੁਤ ਖੂਬਸੂਰਤ ਤੁਸੀਂ ਲਿਖਿਆ ਬਿੰਬ, ਬੜਾ ਵਧੀਆ ਸਿਰਜਦੇ ਹੋ ਤੁਸੀਂ। ਸ਼ੁਕਰੀਆ ਜੀ। ਲਗਭਗ ਤੁਹਾਡੇ ਸਾਰੀਆਂ ਮਤਲਬ ਰਚਨਾਵਾਂ ਇਦਾਂ ਹੀ ਸੂਫੀਜ਼ਮ ਦੇ ਨੇੜੇ ਨੇ ਜਾਂ ਇਸ਼ਕ ਮਿਜਾਜੀ ਥੋੜੀ? ਨਹੀਂ, ਇਸ਼ਕ ਮਿਜਾਜੀ ਤੇ ਇਸ਼ਕ ਹਕੀਕੀ ਦੋਨੋਂ ਮੇਰੀਆਂ ਕਵਿਤਾਵਾਂ ਦੇ ਵਿੱਚ ਹੁੰਦੇ ਆ, ਬਟ ਮੇਰਾ ਜਿਵੇਂ ਆਪਣਾ ਸੁਭਾਅ ਹੈਗਾ ਕਿ ਮੈਂ ਦੋਨਾਂ ਨੂੰ ਨਾ ਇੱਕ ਜਗ੍ਹਾ ਤੇ ਰੱਖ ਕੇ ਸੋਚਦੀ ਹਾਂ ਕਿ ਮੇਰੇ ਲਈ ਰੱਬ ਤੇ ਇਸ਼ਕ ਨਾ ਦੋਨੋਂ ਇੱਕ ਬਰਾਬਰ ਨੇ। ਇਸ ਕਰਕੇ ਮੇਰੀ ਕਵਿਤਾ ਵਿੱਚ ਜੇ ਮੈਂ ਮਿਜਾਜੀ ਤੋਂ ਸ਼ੁਰੂ ਕੀਤੀ ਹੈ ਤੇ ਹਕੀਕੀ ਆਪਣੇ ਆਪ ਹੀ ਵਿੱਚ ਆ ਜਾਂਦਾ ਹੈ, ਤੇ ਜਿੱਥੇ ਹਕੀਕੀ ਤੋਂ ਮੈਂ ਸ਼ੁਰੂ ਕੀਤਾ ਹੈ ਉੱਥੇ ਮਿਜਾਜੀ ਨੇ ਵਿੱਚ ਆਪਣੇ ਆਪ ਹੀ ਆ ਜਾਣਾ ਹੈ। ਉਹ ਮੈਂ ਅੰਦਰੋਂ ਸਹਿਜ ਸੁਭਾਅ ਹੀ ਆਉਂਦਾ ਸਾਰਾ ਕੁਝ, ਮੈਂ ਉਹ ਕੋਸ਼ਿਸ਼ ਨਹੀਂ ਕਰਦੀ, ਨਾ ਮੈਂ ਉਹਦਾ ਜ਼ੋਰ ਲਾ ਕੇ ਸੋਚਦੀ ਹਾਂ ਕਿ ਇੱਦਾਂ ਲਿਖਣਾ ਹੈ, ਬਸ ਉਹ ਆਪਣੇ ਆਪ ਹੋ ਜਾਂਦਾ ਹੈ। ਉਹ ਇੱਕ ਨਾ ਮੇਰੇ ਯਾਦ ਆ ਰਿਹਾ ਸੀ, ਪਤਾ ਨਹੀਂ ਮੈਂ ਸਹੀ ਬੋਲੂੰਗਾ ਕਿ ਨਹੀਂ, ਕਹਿੰਦਾ ਇਸ਼ਕ ਮਿਜਾਜੀ ਇਹ ਹੈ ਕਿ ਦਿਲ ਨੂੰ ਯਾਦਾਂ ਦੇ ਸੰਗ ਬੰਨ੍ਹ ਲੈਣਾ, ਇਸ਼ਕ ਹਕੀਕੀ ਉਹ ਹੈ ਕਿ ਕਹਿੰਦਾ ਮਹਿਰਮ ਨੂੰ ਮੁਰਸ਼ਦ ਮੰਨ ਲੈਣਾ। ਬਿਲਕੁਲ ਬਿਲਕੁਲ। ਸੋ ਕੋਈ ਮੁਰਸ਼ਦ ਦੀ ਬਾਤ ਪਾਓ ਅਗਲੀ। ਮੇਰੀ ਕਵਿਤਾ ਜਿਸ ਮੁਰਸ਼ਦ ਤਾਂ ਨਹੀਂ, ਬਟ ਤੁਸੀਂ ਉਹਦੇ ਵਿੱਚ ਤੁਹਾਨੂੰ ਝਲਕ ਆਪਣੇ ਆਪ ਹੀ ਤੁਸੀਂ ਪੜੋਗੇ ਨਾ, ਤੁਹਾਨੂੰ ਮਿਲ ਜਾਏਗੀ ਆਪਣੇ ਆਪ ਹੀ ਉਹਦੇ ਝਲਕਾਰਾ। ਕਿ ਜਿਸ ਤਰ੍ਹਾਂ ਤੁਰ ਅੰਦਰ ਹੀ ਮੰਦਰ ਵਸੇ, ਜਿੱਥੇ ਨਾਮ ਮਨੋਰਥ ਪਾਵੇਂ, ਮਨ ਰੇ ਤੂੰ ਕਿਆ ਢੂੰਡੇ, ਤੂੰ ਕਿਆ ਬਾਹਰ ਢੂੰਡਣ ਜਾਵੇਂ। ਨਾਮ ਸੰਗ ਜੋ ਬਿਰਤੀ ਜੋੜੇ, ਅੰਤਰ ਗਿਆਨ ਸਭ ਹੋਏ, ਇੱਛਾ ਦੀ ਮੰਗਣ ਭਿਖਿਆ, ਕਿਉਂ ਵਨ ਤਪੋਵਨ ਪੋਏ। ਜੀ। ਵਨ ਤਪੋਵਨ ਸਭ ਭਰਮ ਭੁਲੇਖੇ, ਨਾਮ ਮਨੋਰਥ ਬਾਝੋਂ ਲਿਖੇ, ਮੈਲ ਦੀ ਚੁੱਕ ਪੰਡ ਪਰਾਲੀ, ਕਿਉਂ ਤੀਰਥ ਰਸਤੇ ਵੇਖੇ। ਇੱਕ ਤੀਰਥ ਮਨ ਸੁੱਚਾ ਜੀ, ਇੱਕ ਤੀਰਥ ਮਨ ਅਡੋਲ, ਇੱਕ ਤੀਰਥ ਗੁਰ ਅੰਮ੍ਰਿਤ, ਜੋ ਸਭ ਤੀਰਥਾਂ ਦੇ ਮੋਲ। ਕੀ ਬਾਤ ਹੈ। ਮੋਲ ਨਾ ਜਾਣੇ ਮਨ ਅਣਜਾਣਾ, ਅਕਲੋਂ ਥੋਤਾ ਮੂੜ ਨਿਆਣਾ, ਕੇਸਰ ਚੰਦਨ ਮਸਤਕ ਲਾ ਕੇ, ਬਣ ਕੇ ਫਿਰਦਾ ਰਹੇ ਸਿਆਣਾ। ਇਹ ਹੈਗੀ ਬਹੁਤ ਸੋਹਣੀ ਰਚਨਾ ਤੁਹਾਡੀ। ਅੱਛਾ, ਮੈਂ ਨਾ ਜਿਵੇਂ ਤੁਹਾਡੀਆਂ ਰਚਨਾਵਾਂ ਦੇ ਵਿੱਚ ਕਾਫੀ ਲੱਗਦਾ ਤੁਹਾਨੂੰ ਕੀ ਮਤਲਬ ਵੀ ਅਧਿਆਤਮ ਦੀ ਜੇ ਗੱਲ ਕਰਾਂ, ਮੈਡੀਟੇਸ਼ਨ ਦੀ ਜੇ ਗੱਲ ਕਰਾਂ, ਤਾਂ ਕੀ ਤੁਹਾਨੂੰ ਕੋਈ ਝਲਕਾਰੇ ਪਏ ਆ ਕੋਈ ਅੰਦਰੋਂ? ਇਹ ਮੇਰੇ ਖਿਆਲ 'ਚ ਆਪਣੇ ਸਾਹਿਤ ਤੋਂ ਬਿਲਕੁਲ ਵੱਖਰਾ ਵਿਸ਼ਾ ਹੈ, ਬਟ ਮੈਂ ਕਹੂੰਗੀ ਕਿ ਹਾਂ, ਇਹ ਮੇਰੇ ਨਾਲ ਕਾਫੀ ਕੁਝ ਘਟਨਾਵਾਂ ਹੋਈਆਂ ਨੇ। ਔਰ ਇੱਕ ਆਪਾਂ ਸ਼ਬਦ ਵਰਤਦੇ ਹਾਂ ਪ੍ਰੀਮੋਨੀਸ਼ਨ ਇੰਗਲਿਸ਼ ਦੇ ਵਿੱਚ, ਜਿਹਦੇ ਵਿੱਚ ਤੁਹਾਨੂੰ ਨਾ ਨੈਗੇਟਿਵ ਚੀਜ਼ਾਂ, ਤੁਹਾਨੂੰ ਕੋਈ ਘਟਨਾ ਕਿਤੇ ਵੀ ਹੋਣੀ ਹੋਵੇ, ਤੁਹਾਡੇ ਘਰ 'ਚ ਹੋਵੇ, ਤੁਹਾਡੇ ਆਲੇ ਦੁਆਲੇ ਦੀ ਹੋਵੇ, ਜਾਂ ਕਿਤੇ ਹੋਰ ਜਿੱਥੇ ਤੁਹਾਨੂੰ ਜਗ੍ਹਾ ਤੁਸੀਂ ਨਹੀਂ ਜਾਣਦੇ ਹੋ, ਉਹ ਚੀਜ਼ਾਂ ਦੀ ਮੈਨੂੰ ਪਤਾ ਲੱਗ ਜਾਂਦਾ ਪਹਿਲਾਂ। ਤੇ ਅੱਛਾ, ਮਤਲਬ ਤੁਹਾਨੂੰ ਪਹਿਲਾਂ ਹੀ ਉਹ ਚੀਜ਼ਾਂ ਬਾਰੇ ਤੁਹਾਨੂੰ ਥੋੜਾ ਜਿਹਾ ਆਭਾਸ ਹੋਣ ਲੱਗ ਜਾਂਦਾ ਵੀ ਹਾਂ ਥੋੜਾ ਨਹੀਂ ਹੈ, ਉਹ ਮੈਨੂੰ ਚੀਜ਼ ਜਿਸ ਤਰ੍ਹਾਂ ਆਪਾਂ ਕਹਿੰਦੇ ਕੋਈ ਤੁਹਾਡੀ ਅੱਖਾਂ ਅੱਗੇ ਇੱਕ ਨੈਗੇਟਿਵ ਆਇਆ ਚੱਲ ਕੇ ਤੇ ਤੁਹਾਨੂੰ ਦਿਖ ਰਿਹਾ, ਫਿਰ ਅੱਗੇ ਮੂਵ ਕਰ ਗਿਆ, ਤੇ ਉਹ ਚੀਜ਼ ਮੈਨੂੰ ਪ੍ਰੋਪਰ ਦਿਖ ਜਾਂਦੀ ਹੈ। ਹਾਂਜੀ, ਪ੍ਰੋਪਰ ਦਿਖਦੀ ਹੈ। ਉਹ ਨਾਲੇ ਕਹਿੰਦੇ ਹੁੰਦੇ ਜੇ ਤੁਹਾਨੂੰ ਕੋਈ ਚਾਹੇ ਕੋਈ ਝਲਕਾਰਾ ਪੈਂਦਾ ਹੋਵੇ, ਜੇ ਦੱਸ ਦਿਓ ਤਾਂ ਮੁੜ ਕੇ ਉਹ ਚੀਜ਼ ਦੱਸਣੋਂ ਕਰਨੋਂ ਹਟ ਜਾਂਦੀ। ਇਹ ਵੀ ਸਹੀ ਗੱਲ ਆ। ਇਹ ਵੀ ਹੁੰਦਾ ਹੋਏਗਾ, ਬਟ ਮੈਂ ਪਹਿਲਾਂ ਤਾਂ ਕਦੇ ਕਿਸੇ ਨਾਲ ਨਹੀਂ ਸ਼ੇਅਰ ਕਰਦੀ, ਕਿਉਂਕਿ ਇਹ ਚੀਜ਼ਾਂ ਨੂੰ ਨਾ ਬਹੁਤ ਘੱਟ ਲੋਕ, ਪਤਾ ਨਹੀਂ ਹੁੰਦਾ ਆਪਾਂ ਨੂੰ ਉਹ ਕਿਸ ਤਰੀਕੇ ਨਾਲ ਲੈਣਗੇ ਵਾਲੀ ਚੀਜ਼ ਨੂੰ, ਨਾ ਕਿ ਉਹਨਾਂ ਦੀ ਸੋਚ ਕਿੱਥੇ ਹੈ। ਮੈਂ ਨਹੀਂ ਸੀ ਕਿਸੇ ਨਾਲ ਸ਼ੇਅਰ ਕਰਦੀ। ਫਿਰ ਜਦੋਂ ਮੈਨੂੰ ਆਪਣੇ ਮਨ 'ਚ ਪੱਕਾ ਹੋ ਗਿਆ ਨਾ ਕਿ ਇਹ ਚੀਜ਼ ਹਾਂ ਹੋਈ ਹੈ, ਤੇ ਇਹ ਮਤਲਬ ਕਿ ਕੁਝ ਮੇਰੇ ਮਨ ਦਾ ਵਹਿਮ ਨਹੀਂ ਹੈਗੀ, ਫਿਰ ਮੈਂ ਆਪਣੇ ਹਸਬੈਂਡ ਨਾਲ ਸ਼ੇਅਰ ਕੀਤਾ। ਫਿਰ ਉਦੋਂ ਬਾਅਦ ਮੈਂ ਆਪਣੇ ਬੇਟੇ ਨਾਲ ਵੀ ਸ਼ੇਅਰ ਕੀਤਾ ਹੋਇਆ। ਮਤਲਬ ਕਿ ਮੇਰੀ ਫੈਮਿਲੀ ਨੂੰ ਹੀ ਪਤਾ ਹਜੇ ਵੀ ਇਹ ਚੀਜ਼ਾਂ ਵੀ ਤੁਹਾਨੂੰ ਪਤਾ ਲੱਗ ਜਾਂਦੀਆਂ ਨੇ ਪਹਿਲਾਂ। ਅੱਛਾ, ਮੈਂ ਨਾ ਥੋੜੇ ਪਰਸਨਲੀ ਸਵਾਲ ਆ ਜਾਂਦੇ ਆ। ਜਦੋਂ ਇੱਕ ਉਮਰ ਤੋਂ ਬਾਅਦ ਨਾ ਬੰਦਾ, ਖੈਰ ਮੇਰੀ ਤਾਂ ਸ਼ੁਰੂ ਤੋਂ ਹੀ ਥੋੜੀ ਜਿਹੀ ਬਿਰਤੀ ਵਧੀਆ ਇਦਾਂ ਦੀ ਰਹੀ, ਸਿਆਣੇ ਬੰਦਿਆਂ ਕੋਲੇ ਬੈਠਣਾ, ਸਿਆਣੀਆਂ ਜਿਹੀਆਂ ਗੱਲਾਂ ਸੁਣਨੀਆਂ। ਅਮਲ ਤਾਂ ਚੱਲ ਬਾਅਦ ਦੀ ਗੱਲ ਆ, ਪਰ ਉਹਨੂੰ ਮੰਨਣਾ ਵੱਡੀ ਗੱਲ ਹੁੰਦੀ ਆ। ਜਿਵੇਂ ਤੁਸੀਂ ਕੋਈ ਚੀਜ਼ ਦੱਸ ਰਹੇ ਹੈਗੇ ਹੋ, ਹਨਾ, ਤੇ ਮੈਂ ਤੁਹਾਡੇ ਤੋਂ ਪੁੱਛਣਾ, ਹਨਾ, ਚੱਲ ਪਰਸਨਲ ਸਵਾਲ ਆ ਇਹ। ਧਾਰਮਿਕ ਗ੍ਰੰਥ, ਧਾਰਮ ਅਲੱਗ-ਅਲੱਗ ਤਰੀਕੇ ਨਾਲ ਦੱਸਦਾ ਹੈਗਾ ਵੀ ਰੱਬ ਹੈਗਾ, ਪਰਮਾਤਮਾ ਹੈਗਾ, ਵਾਹਿਗੁਰੂ ਹੈਗਾ, ਅਕਾਲ ਪੁਰਖ ਹੈਗਾ, ਗੁਰਬਾਣੀ ਵੀ ਕਹਿੰਦੀ ਹੈ, ਹਨਾ। ਉਹ ਰਾਹ ਜਿਹੜਾ ਹੈਗਾ ਉਹ ਕਿੱਦਾਂ ਹੈਗਾ ਵੀ ਤੁਸੀਂ, ਤੁਹਾਡੇ ਲਈ ਉਹਦੇ ਲਈ ਉਧਰ ਜਾਣ ਲਈ ਗੁਰੂ ਵੀ ਜ਼ਰੂਰੀ ਆ ਜਾਂ ਕਿੱਦਾਂ? ਗੁਰੂ ਸਾਡੇ ਲਈ ਬਹੁਤ ਜ਼ਰੂਰੀ ਹੈ।
ਗੁਰੂ ਬਿਨਾਂ ਗਤ ਨਹੀਂ, ਜਿਵੇਂ ਕਹਿੰਦੇ ਨੇ ਨਾ ਕਿ ਸਾਨੂੰ ਕੋਈ ਸੇਧ ਦੇਣ ਵਾਸਤੇ ਕੋਈ ਨਾ ਕੋਈ, ਜਿਵੇਂ ਆਪਣੇ ਘਰ 'ਚ ਵੱਡੇ ਆਪਾਂ ਨੂੰ ਕੋਈ ਘਰ 'ਚ ਪ੍ਰੋਬਲਮ ਆਉਂਦੀ, ਆਪਾਂ ਨੂੰ ਪੁੱਛਦੇ ਹਾਂ ਵੀ ਇਹਦਾ ਸਾਨੂੰ ਕੋਈ ਹੀਲਾ ਦੱਸੋ। ਇੱਕ ਤਰੀਕੇ ਨਾਲ ਉਸ ਗੱਲ ਦੇ ਉਹ ਆਪਣੇ ਗੁਰੂ ਹੁੰਦੇ ਉਸ ਟਾਈਮ ਤੇ, ਹਨਾ, ਜਿਹੜੀ ਘਟਨਾ ਬਾਰੇ ਅਸੀਂ ਉਹਨਾਂ ਨੂੰ ਗੱਲ ਕਰਨੀ ਹੁੰਦੀ ਹੈਗੀ ਹੈ। ਜਿਹੜਾ ਤੁਹਾਨੂੰ ਸਿੱਖਿਆ ਦਿੰਦਾ ਹੈ, ਤੁਹਾਨੂੰ ਜਿਹੜਾ ਰਾਹ ਦਸੇਰਾ ਬਣਦਾ ਹੈ, ਜਿਹੜਾ ਤੁਹਾਨੂੰ ਹਨੇਰੇ ਤੋਂ ਚਾਨਣ 'ਚ ਲੈ ਕੇ ਜਾਵੇ, ਉਹ ਆਪਣਾ ਕੋਈ ਵੀ ਗੁਰੂ ਹੁੰਦਾ, ਆਪਣੇ ਆਸ-ਪਾਸ ਹੁੰਦਾ। ਤੁਸੀਂ ਮੈਨੂੰ ਕੁਝ ਸਿਖਾ ਸਕਦੇ ਹੋ ਜਿਹੜੀ ਮੇਰੀ ਚੀਜ਼ ਮਨ 'ਚ ਹਨੇਰਾ ਹੋਵੇ। ਮੈਂ ਪ੍ਰੋਪਰ ਮੈਂ ਮੈਡੀਟੇਸ਼ਨ ਵਾਲੇ ਪਾਸੇ ਨੂੰ ਕਹਿ ਰਿਹਾ ਵੀ ਜੇ ਤੁਸੀਂ ਧਿਆਨ ਲਾਉਣਾ, ਵੀ ਸਮਾਧੀ ਵਾਲੀ ਗੱਲ ਨੂੰ ਕਰ ਰਿਹਾ ਮੈਂ, ਬਾਹਰ ਦੀਆਂ ਗੱਲਾਂ ਨਹੀਂ, ਮੈਂ ਅੰਦਰ ਦੀਆਂ ਗੱਲਾਂ ਕਰ ਰਿਹਾ। ਜੇ ਜੁੜਨਾ, ਉਧਰ ਤਾਰ ਜੋੜਨੀ ਆ, ਤਾਂ ਕਿਹੜਾ ਗੁਰੂ ਆ ਜਿਹੜਾ ਮਤਲਬ ਵੀ ਉਧਰ ਲਿਜਾ ਸਕਦਾ? ਕਿ ਉਹ ਮਤਲਬ ਵੀ ਜਿਵੇਂ, ਚਲੋ ਤੁਸੀਂ ਦੱਸੋ ਆਪਦੇ ਸ਼ਬਦਾਂ 'ਚ। ਜਿਵੇਂ ਤੁਸੀਂ ਪੁੱਛਿਆ ਕਿ ਕਿਹੜਾ ਗੁਰੂ ਹੈ, ਹੁਣ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਦੇ ਮੁਤਾਬਿਕ, ਆਪਣੀ ਪਸੰਦ ਦੇ ਮੁਤਾਬਿਕ ਗੁਰੂ ਹੈ। ਕਈ ਹੁਣ ਆਪਣੇ ਕਵਿਤਰੀਆਂ ਨੇ ਜਾਂ ਕਹਿ ਲਓ ਸ਼ਾਇਰ ਜਿਹੜੇ ਹੈਗੇ ਨੇ, ਅੰਮ੍ਰਿਤਾ ਪ੍ਰੀਤਮ, ਜਿਨ੍ਹਾਂ, ਸ਼ਿਵ ਕੁਮਾਰ ਬਟਾਲਵੀ, ਜਿਨ੍ਹਾਂ ਦੇ ਉੱਤੇ ਅਸਰ ਹੈਗਾ ਸਭ ਦਾ। ਮੇਰੇ ਤੇ ਅਸਰ ਗੁਰਬਾਣੀ ਦਾ ਹੈਗਾ ਬਹੁਤ ਜ਼ਿਆਦਾ। ਅੱਛਾ। ਤੇ ਮੇਰਾ ਗੁਰੂ ਵੀ ਉਹੀ ਹੈ, ਤੇ ਬਾਕੀ ਜੋ ਵੀ ਮਨ 'ਚ ਜੋ ਨਹੀਂ, ਨਿਰਗੁਣ ਤੇ ਸਰਗੁਣ ਦੀ ਗੱਲ ਮੇਰੇ ਦਿਮਾਗ 'ਚ ਚੱਲ ਰਹੀ ਸੀਗੀ ਵੀ ਕਈ ਕਹਿੰਦੇ ਆ ਨਾ, ਮਤਲਬ ਵੀ ਜਿਵੇਂ ਅੱਜ ਕੱਲ ਡੇਰਾਵਾਦ ਵੀ ਫੈਲਿਆ ਬਹੁਤ, ਵੀ ਗੁਰੂ ਦੇਹਧਾਰੀ ਗੁਰੂ ਤੇ ਸ਼ਬਦ ਗੁਰੂ। ਮੈਂ ਉਹਦੇ 'ਚ ਕਨਫਿਊਜ਼ ਸੀਗਾ ਥੋੜਾ ਜਿਹਾ, ਮੈਂ ਹੋਰ ਤਰੀਕੇ ਨਾਲ ਸਵਾਲ ਪੁੱਛ ਲਿਆ ਤੁਹਾਡੇ ਤੋਂ। ਓਕੇ, ਮੈਨੂੰ ਹੈਗਾ ਕਿ ਸ਼ਬਦ ਗੁਰੂ ਸਾਨੂੰ ਸਾਡੇ ਗੁਰੂ ਕਹਿ ਗਏ ਨੇ ਕਿ ਇਹੀ ਗੁਰੂ ਹੈ ਸਾਡੇ, ਹਨਾ, 11ਵੇਂ ਗੁਰੂ ਹੈ। ਬਸ ਜਿਵੇਂ ਆਪਣੇ ਅੰਦਰ ਮਨ 'ਚ ਉਹ ਗੱਲ ਬਿਠਾ ਲਈ ਤੇ ਪੱਕੀ ਹੋ ਗਈ ਹੈ, ਤੇ ਔਰ ਹੈ ਵੀ। ਤੇ ਮੈਨੂੰ ਡੇਰਾਵਾਦ ਮੈਂ ਕਦੇ ਕਿਸੇ ਹੋਰ ਕੋਈ ਵੀ ਸੰਤ, ਜੋ ਵੀ ਆਪਾਂ ਕਹਿ ਲਓ ਮਨ, ਅੱਜ ਕੱਲ ਤੁਹਾਨੂੰ ਪਤਾ ਹੀ ਨਕਲੀ ਜਿਵੇਂ ਵੀ ਕਹਿ ਲਓ, ਕੋਈ ਨੇੜੇ ਨਹੀਂ ਹੈਗਾ ਉਹਦੇ ਨਾਲ। ਤੇ ਮੇਰੇ ਉਹਨਾਂ 'ਚ ਬਿਲਕੁਲ ਵੀ ਕੋਈ ਵੀ ਇੰਟਰਸਟ ਨਹੀਂ ਹੈਗਾ, ਨਾ ਮੈਂ ਮੰਨਦੀ ਹਾਂ। ਮੇਰੇ ਲਈ ਇੱਕੋ ਗੁਰੂ ਹੈਗਾ, ਉਸ ਤੋਂ ਅੱਗੇ ਮੈਂ ਨਾ ਮੈਂ ਪਿੱਛੇ ਸੋਚਦੀ ਹਾਂ, ਨਾ ਮੈਂ ਉਹਦੇ ਅੱਗੇ ਸੋਚਦੀ ਹਾਂ ਕੁਝ ਗੱਲਾਂ। ਕਹਿ ਲਓ ਇਸ਼ਕ ਹਕੀਕੀ, ਇਸ਼ਕ ਮਜਾਜ਼ੀ ਤੋਂ, ਮੈਡੀਟੇਸ਼ਨ ਤੋਂ, ਗੁਰੂ ਦੀਆਂ ਵੀ ਹੋਈਆਂ, ਅਧਿਆਤਮ ਦੀਆਂ ਵੀ ਹੋਈਆਂ। ਉਹ ਮੈਂ ਨਾ ਇੱਕ ਰਚਨਾ ਖੁਦ ਹੀ ਯਾਦ ਆ ਗਈ ਤੁਹਾਡੀਆਂ ਰਚਨਾਵਾਂ ਸੁਣ ਕੇ। ਕਹਿੰਦਾ ਇੱਕੋ ਘਾਟ ਸਤਾਮ ਦੀ ਕਿ ਮਿਲਦਾ ਨਹੀਂ ਉਹ ਯਾਰ, ਇੱਕੋ ਘਾਟ ਸਤਾਮ ਦੀ ਕਿ ਮਿਲਦਾ ਨਹੀਂ ਉਹ ਯਾਰ, ਅਸੀਂ ਅੰਨੇ ਹਨੇਰਾ ਖੋਜਦੇ ਹੋ ਬਹਿੰਦੇ ਨਿੱਤ ਖਵਾਰ, ਸਾਡੇ ਮੱਥੇ ਸੁੰਨਾ ਸੜਦੀਆਂ ਤਲੀਏ ਤਪਣ ਅੰਗਾਰ, ਅਸੀਂ ਕਮਲ ਕਿਆਰੀ ਭਾਲਦੇ ਸਾਨੂੰ ਮਿਲਦੀ ਕੱਲੀ ਗਾਰ। ਵਾਹ। ਪਾਇਆ ਮਨ ਦਾ ਪੰਛੀ ਪਿੰਜਰੇ ਪਰ ਤਾਂ ਵੀ ਰਹੇ ਉਡਾਰ, ਇੱਕੋ ਘਾਟ ਸਤਾਮ ਦੀ ਕਿ ਮਿਲਦਾ ਨਹੀਂ ਉਹ ਯਾਰ। ਵਾਹ ਵਾਹ ਵਾਹ, ਬਹੁਤ ਖੂਬ। ਇੱਕ ਹੁਸਨ ਪਰੀ ਵੀ ਟੱਕਰੀ ਜਿਉਂ ਬਿਜਲੀ ਦੀ ਤਾਰ, ਉਸ ਕੇਸ ਹਟਾਏ ਮੁਖ ਤੋਂ ਤੇ ਪਈ ਰੂਪ ਚਮਕਾਰ, ਉਹ ਬੋਲੀ ਡਲੀ ਜਿਉਂ ਬਰਫ਼ ਦੀ ਅਸੀਂ ਹੋ ਗਏ ਠੰਡੇ ਠਾਰ, ਕਹਿੰਦੀ ਮੈਂ ਬਾਹਰ ਮਿਲੂੰਗੀ ਸਾਵਲਾ ਨਾ ਅੰਦਰ ਮੱਥਾ ਮਾਰ, ਮੈਂ ਖੁਰਨ ਕਿਨਾਰੇ ਅੱਪੜੀ ਤੂੰ ਲੈ ਲੈ ਮੇਰੀ ਸਾਰ, ਅਸੀਂ ਕੋਠੇ ਕੰਧਾਂ ਟੱਪ ਕੇ ਆ ਪਹੁੰਚੇ ਭਰੇ ਬਾਜ਼ਾਰ, ਅਸੀਂ ਇਸ਼ਕ ਮਚਾਇਆ ਹਿੱਕ 'ਚ ਹੋਏ ਮਰਨੇ ਲਈ ਤਿਆਰ, ਉਹ ਭਰਮ ਭੁਲੇਖਾ ਬੀਜ ਗਈ ਅਸੀਂ ਜਿਹਨੂੰ ਸਮਝੇ ਪਿਆਰ, ਤੇ ਇੰਜ ਮੁੜੇ ਅਸੀਂ ਘਰ ਨੂੰ ਸੱਜਰੀ ਲੈ ਕੇ ਹਾਰ। ਵਾਹ ਜੀ ਵਾਹ, ਬਹੁਤ ਖੂਬ। ਇੱਕੋ ਘਾਟ ਸਤਾਮ ਦੀ ਕਿ ਮਿਲਦਾ ਨਹੀਂ ਉਹ ਯਾਰ, ਹਲੇ ਵੀ ਅਧੂਰੀ ਆ ਕਵਿਤਾ, ਇਹ ਚੱਲ ਰਹੀ ਹੈ, ਲਿਖ ਰਿਹਾ ਹੈਗਾ। ਇਸ਼ਕ ਮਜਾਜ਼ੀ ਵੀ ਹੈ, ਇਸ਼ਕ ਹਕੀਕੀ ਵੀ ਆ, ਤੇ ਐਂਡ ਤੇ ਜਾ ਕੇ ਨਿਭਣਾ ਤਾਂ ਸਾਹਾਂ ਨਹੀਂ ਹੈ। ਜਿੰਨਾ ਚਿਰ ਸਾਹਾਂ ਦੀ ਡੋਰ ਚੱਲਦੀ ਹੈ, ਸਾਹਾਂ 'ਚ ਹੀ ਪ੍ਰਭੂ ਦਾ ਪਰਮਾਤਮਾ ਦਾ ਨਾਮ ਕਹਿੰਦੇ ਰਮਿਆ ਹੋਇਆ, ਉਹ ਹਲੇ ਜਾਣਨਾ ਪਤਾ ਨਹੀਂ ਕਿਵੇਂ ਜਾਣਿਆ ਜਾਊਗਾ, ਇਹ ਨਹੀਂ ਪਤਾ, ਪਰ ਜਿਉਂ ਰਹੇ ਆ, ਚੱਲ ਰਹੇ ਆ। ਹੁਣ ਤੁਹਾਡੀ ਕਵਿਤਾ ਵੱਲ ਅੱਗੇ ਵਧਦੇ ਹਾਂ ਆਪਾਂ। ਕਿੱਦਾਂ ਦੀ ਤੁਸੀਂ ਸੁਣਨਾ ਚਾਹੋਗੇ ਕਵਿਤਾ? ਮੈਨੂੰ ਤਾਂ ਮੇਰਾ ਤੇ ਤਾਂ ਤੁਹਾਡਾ ਰੰਗ ਚੜ ਗਿਆ ਅੱਜ, ਉਹ ਇਸ਼ਕ ਹਕੀਕੀ ਵਾਲਾ, ਹਨਾ। ਤਾਂ ਤੁਸੀਂ ਵੈਸੇ ਕੁਝ ਮਰਜ਼ੀ ਸੁਣਾ ਦਿਓ, ਬੜਾ ਪਿਆਰਾ ਤੁਸੀਂ ਲਿਖਿਆ ਹੋਇਆ ਹੈਗਾ। ਤੁਹਾਡੇ ਅਨੁਵਾਦ ਦੇ ਕੰਮ ਦੇ ਬਾਰੇ ਮੈਂ ਪੁੱਛਣ ਵਾਲਾ ਰਹਿ ਹੀ ਗਿਆ ਸੱਚ, ਹਲੇ ਅਨੁਵਾਦ ਦਾ ਕੰਮ ਵੀ ਪੁੱਛਣਾ, ਤੁਸੀਂ ਅਨੁਵਾਦ ਕਰਿਆ ਹੋਇਆ। ਹਾਂਜੀ ਹਾਂਜੀ। ਤੁਸੀਂ ਪਹਿਲਾਂ ਕਵਿਤਾ ਸੁਣਾਓਗੇ, ਅਗਲਾ ਸਵਾਲ ਪੁੱਛਾਂ? ਮੈਂ ਕਵਿਤਾ ਸੁਣਾ ਦਿੰਦੀ ਹਾਂ ਤੁਹਾਨੂੰ। ਇੱਕ ਕਵਿਤਾ ਹੈਗੀ ਹੈ ਜ਼ਾਫਰੀ ਇਸ਼ਕ। ਜ਼ਾਫਰੀ ਇਸ਼ਕ। ਹਾਂ, ਕਿ ਇਸ਼ਕ ਜ਼ਾਫਰੀ ਰੰਗ ਹੋਵੇ ਜਦੋਂ ਰੂਹ ਜੋਗੀ ਦੇ ਸੰਗ ਹੋਵੇ, ਇਸ਼ਕ ਜ਼ਾਫਰੀ ਰੰਗ ਹੋਵੇ ਜਦੋਂ ਰੂਹ ਜੋਗੀ ਦੇ ਸੰਗ ਹੋਵੇ, ਤੂੰ ਤੂੰ ਕਾਰ ਤਿਖੇਰਾ ਬਲਦਾ ਦਮ ਮੇਰਾ ਏ ਹਰ ਦਮ ਬਲਦਾ, ਰੁਗ ਰੁਗ ਅੱਖ ਨੂੰ ਛਲਕਾਵੇ ਜਿੰਦ ਭੰਬੂਕੇ ਵਾਂਗ ਤੜਪਾਵੇ, ਉਹ ਰਾਹਾਂ ਵੀ ਜੋਗਣ ਹੋ ਜਾਵਨ ਜਿਸ ਰਾਹੇ ਜੋਗੀ ਲੰਘ ਜਾਂਦਾ, ਮਹਿਕ ਤਲੀ ਤੇ ਧਰ ਜਾਂਦਾ ਫਿਰ ਖਬਰੇ ਕਿਹੜੇ ਰਾਹ ਜਾਂਦਾ। ਕੀ ਬਾਤ ਹੈ। ਮੈਂ ਲਬ ਲਗ
ਥੱਕੀ ਸਾਮਰ ਨੂੰ ਬਾਵਰੀਆਂ ਖੋਲੇ ਆਥਨ ਨੂੰ, ਇਹ ਤਾਂਦਾ ਬਾਲਣ ਬਾਲ ਕੇ ਤੇ ਪੱਥਰ ਦੀਦੇ ਗਾਲ ਕੇ, ਉਹਦੀ ਪੈੜ ਸੁਣਾ ਮੈਂ ਕੰਨ ਲਾ ਕੇ, ਕੋਹਾਂ ਤੀਕਰ ਸੰਨ ਲਾ ਕੇ, ਉਹ ਰਾਹਾਂ ਵੀ ਜੋਗਣ ਹੋ ਜਾਵਨ ਜਿਸ ਰਾਹੇ ਜੋਗੀ ਲੰਘ ਜਾਂਦਾ, ਮਹਿਕ ਤਲੀ ਤੇ ਧਰ ਜਾਂਦਾ, ਫਿਰ ਖਬਰੇ ਕਿਹੜੇ ਰਾਹ ਜਾਂਦਾ। ਮੈਂ ਦਾਸਰੀ ਉਹਦੇ ਨਾਮ ਦੀ, ਉਹਦੇ ਨਾਮ ਬਿਨਾ ਕਿਸ ਦਾਮ ਦੀ, ਇਹ ਨੈਣੋ ਨਿਤਰੇ ਪਾਣੀਆਂ ਦੇ ਕਿਉਂ ਭੇਤ ਕਿਸੇ ਨਾ ਜਾਣੀ ਦੇ, ਹਰ ਜਨਮ ਬਿਰਹਾ ਦੇ ਕੰਡੇ ਇਹ ਤਾਂਦਾ ਜਾਮਾ ਗਲ ਜਾਂਦਾ, ਉਹ ਰਾਹਾਂ ਵੀ ਜੋਗਣ ਹੋ ਜਾਵਨ ਜਿਸ ਰਾਹੇ ਜੋਗੀ ਲੰਘ ਜਾਂਦਾ, ਮਹਿਕ ਤਲੀ ਤੇ ਧਰ ਜਾਂਦਾ, ਫਿਰ ਖਬਰੇ ਕਿਹੜੇ ਰਾਹ ਜਾਂਦਾ। ਇਹ ਜਿਹੜੀ ਮਹਿਕ ਆ ਨਾ, ਮਹਿਕ ਇਹ ਫੀਲਿੰਗ ਆ। ਹਾਂਜੀ ਹਾਂਜੀ। ਹੁਣ ਉਹ ਸੁਗੰਧ ਨੂੰ ਆਪਾਂ ਕਹ ਲਓ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਕਿੱਦਾਂ ਦੀ ਮਹਿਕ ਆ, ਹਨਾ। ਰੂਹ ਦੀ ਮਹਿਕ ਕਹਿ ਲਓ। ਹਾਂ, ਇੱਕ ਮਹਿਕ ਵਰਗੀ ਇੱਕ ਗੱਲ ਕਰਾਂ, ਤੁਹਾਡੀ ਮੈਂ ਕਿਤਾਬ 'ਚ ਪੜ੍ਹੀ ਸੀਗੀ, ਦਾ ਬੁੱਕ ਆਫ ਟੀ। ਇਹਦੇ ਵਿੱਚ ਜਿਹੜਾ ਇਹਦਾ ਰਾਈਟਰ ਆ ਉਹਨੇ ਲਿਖਿਆ ਹੋਇਆ, ਕਹਿੰਦਾ ਤਿਤਲੀ ਇੱਕ ਅਜਿਹਾ ਫੁੱਲ ਹੈ ਜਿਹਨੂੰ ਖੰਭ ਲੱਗੇ ਹੋਏ। ਹਾਂਜੀ, ਇਹ ਕੋਟ ਕੀਤਾ ਹੋਇਆ ਇੱਥੇ ਨਾ ਸਟਾਰਟਿੰਗ 'ਚ ਹੀ ਉਹਨਾਂ ਲਿਖਿਆ ਹੋਇਆ ਹੈ। ਦੇਖੋ ਕਿੰਨੀ ਸੋਹਣੀ ਗੱਲ ਹੈ, ਕਹਿੰਦਾ ਤਿਤਲੀ ਇੱਕ ਅਜਿਹਾ ਫੁੱਲ ਹੈ ਜਿਹਨੂੰ ਖੰਭ ਲੱਗੇ ਹੋਏ ਆ। ਕਿੰਨੀ ਪਿਆਰੀ ਗੱਲ ਹੈ, ਕਿੰਨਾ ਸੋਹਣਾ। ਤੁਸੀਂ ਇਸ ਚੀਜ਼ ਨੂੰ ਬਾਰ-ਬਾਰ ਬੋਲੋਗੇ ਨਾ, ਉਹ ਤੁਹਾਡੇ ਹੋਰ ਅੰਦਰ ਜਾਏਗੀ, ਫਿਰ ਤੁਸੀਂ ਆਪਣੀ ਆਵਾਜ਼ ਸੁਣੋਗੇ, ਫਿਰ ਤੁਹਾਨੂੰ ਉਹ ਹੋਰ ਵੀ ਪਿਆਰੀ ਲੱਗਦੀ ਹੈ ਚੀਜ਼ ਨਾ, ਕਿਸੇ ਦੀ ਕਹੀ ਹੋਈ ਕਿ ਕਿੰਨਾ ਸੋਹਣਾ ਲਿਖਿਆ ਇਹਨੇ। ਕਮਿਊਨੀਕੇਸ਼ਨ ਦੀ ਥਿਊਰੀ ਦੱਸਦੀ ਹੈ ਮੈਮ ਵੀ ਮੈਸੇਜ ਉਹ ਨਹੀਂ ਹੁੰਦਾ ਵੀ ਜਿਹੜਾ ਆਪਾਂ ਜਾਂ ਲਿਖਿਆ ਹੋਵੇ ਜਾਂ ਬੋਲਿਆ ਹੋਵੇ। ਮੈਸੇਜ ਉਹ ਹੁੰਦਾ ਜਿਹੜਾ ਸਾਹਮਣੇ ਵਾਲਾ ਸਮਝ ਆਪਣੀ। ਹੁਣ ਲਿਖਣ ਵਾਲੇ ਨੇ ਲਿਖਤਾ ਵੀ ਤਿਤਲੀ ਇੱਕ ਐਸਾ ਫੁੱਲ ਹੈ ਜਿਹਨੂੰ ਖੰਭ ਲੱਗੇ ਹੋਏ ਨੇ। ਹੁਣ ਉਹਨੇ ਲਿਖਤਾ, ਉਹਦਾ ਆਪਦਾ ਭਾਵ ਸੀ, ਆਪਾਂ ਸਮਝਿਆ ਕਿਵੇਂ ਆ, ਕਿਹੜੇ ਤਰੀਕੇ ਆ ਜਿਨ੍ਹਾਂ ਨਾਲ ਆਪਾਂ ਨੂੰ ਸਮਝ ਸਕਦੇ ਹਾਂ। ਹਰ ਵਾਰੀ ਸਮਝਦੇ ਇੱਕ ਅਲੱਗ ਜਿਹੀ ਸਵਾਦ ਜਿਹਾ ਆਉਂਦਾ, ਹਨਾ। ਸਾਹਿਤ ਵੀ ਇਦਾਂ ਦੀ ਚੀਜ਼ ਹੀ ਹੁੰਦੀ ਆ, ਹਨਾ। ਸਾਹਿਤ ਜਿਹੜਾ ਅਨਲਿਖਿਆ ਹੁੰਦਾ ਨਾ, ਅਸਲ 'ਚ ਉਹ ਸਾਹਿਤ ਹੁੰਦਾ। ਜਿਹੜਾ ਕਿਤਾਬਾਂ ਦੇ ਵਿੱਚ ਤੁਸੀਂ ਲਿਖਿਆ ਪੜ੍ਹ ਲਿਆ, ਹਾਂ, ਉਹ ਤਾਂ ਹੈਗਾ ਹੀ ਹੈਗਾ, ਪਰ ਜਿਹੜਾ ਅਣਲਿਖਿਆ ਪੜ੍ਹ ਲਿਆ ਨਾ ਤੁਸੀਂ, ਉਹ ਸਾਹਿਤ। ਉਹ ਤੁਸੀਂ ਕਵਿਤਾ ਜ਼ਿਆਦਾਤਰ ਕਹਿ ਸਕਦੇ ਹੋ, ਕਹਾਣੀ 'ਚ ਵੀ ਇਹੀ ਹੁੰਦਾ, ਬਟ ਕਵਿਤਾ 'ਚ ਕੁਝ ਜ਼ਿਆਦਾ ਹੁੰਦਾ ਇਹ, ਜਿਹੜਾ ਤੁਹਾਨੂੰ ਪਾਠਕ ਵਾਸਤੇ ਛੱਡ ਦਿੰਦਾ ਨਾ ਕਿ ਆਪਣੀ ਸੋਚ ਮੁਤਾਬਿਕ ਉਹ ਉਸ ਚੀਜ਼ ਨੂੰ ਆਪਣੀ ਸੋਚ ਦੇ ਮੁਤਾਬਿਕ ਨੂੰ ਢਾਲਦਾ ਰਹਿੰਦਾ। ਕਵੀ ਅਹਿਸਾਸ ਹੀ ਤਾਂ ਫੜਦਾ ਨਾ, ਆਪਾਂ ਜਿਉਂ ਰਹੇ ਹੁੰਨੇ ਆ। ਜਿਹੜੇ ਆਮ ਲੋਕ ਹੁੰਦੇ ਆ ਉਹ ਜਿਉਂ ਲੈਂਦੇ ਆ, ਮੰਨ ਲੈਂਦੇ ਆ ਚੀਜ਼ਾਂ, ਪਰ ਕਵੀ ਉਸ ਨੂੰ ਲਿਖ ਦਿੰਦਾ। ਕਵੀ ਲਿਖਦਾ ਜਿਵੇਂ ਕਹਿ ਲਓ ਕਿ ਆਪਣੇ ਅੰਦਰ ਹੀ ਉਤਰ ਕੇ ਸਮਾਧੀ ਲੀਨ ਹੋ ਕੇ ਜੋ ਜਨਮਦਾ ਨਾ, ਉਹ ਕਵਿਤਾ ਹੁੰਦੀ ਹੈ। ਆਪਾਂ ਉਤਾਰ ਦਿੰਦਾ ਸਫਿਆਂ ਤੇ, ਆਪਣੇ ਅੰਦਰ ਹੀ ਸਮਾਧੀ ਲੀਨ ਹੋ ਕੇ। ਮੈਂ ਕਹਿੰਦੀ ਹੁੰਦੀ ਆ ਕਿ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਗੱਲ ਕਰੀਏ ਤਾਂ ਗੁਰੂਆਂ ਨੇ ਆਪਾ ਉਤਾਰਿਆ ਹੋਇਆ। ਹੁਣ ਇੱਕ ਥਾਟ ਆਇਆ ਅੰਦਰ, ਆਪਾਂ ਗੁਰੂ ਦੀ ਗੱਲ ਕਰ ਰਹੇ ਸੀ ਨਾ, ਗੁਰੂਆਂ ਨੇ ਆਪਾ ਉਤਾਰਿਆ ਹੋਇਆ ਉਹਨਾਂ ਸ਼ਬਦਾਂ ਦੇ ਵਿੱਚ, ਗੁਰਬਾਣੀ ਦੇ ਰੂਪ 'ਚ। ਤਾਂ ਹੀ ਤਾਂ ਜੋਤ ਆ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਹਨਾਂ ਨੇ ਆਪਣੇ ਅਹਿਸਾਸ ਜਿਹੜੇ ਸੀਗੇ ਉਹਦੇ ਵਿੱਚ ਪਾਤੇ ਨੇ। ਮੈਂ ਥੋੜਾ ਜਿਹਾ ਇਮੋਸ਼ਨਲ ਹੋ ਜਾਣਾ, ਤੁਸੀਂ ਕੋਈ ਗੱਲ ਕਰ ਰਹੇ ਸੀਗੇ। ਆਪਾਂ ਅਨੁਵਾਦ ਦੀ ਗੱਲ ਕਰ ਰਹੇ ਸੀ। ਹਾਂ, ਅਨੁਵਾਦ ਦੀ ਗੱਲ ਕਰ ਰਹੇ ਆ। ਤੁਸੀਂ ਅਨੁਵਾਦ ਦਾ ਕੰਮ ਕਰਿਆ, ਹਨਾ। ਤੁਸੀਂ ਆਹ ਕਹਿ ਲਓ ਵੀ ਹਨੇਰੇ ਦਾ ਮਸੀਹਾ, ਰਿਚਰਡ ਵੂਮਰੈਂਡ ਦੀ ਕਿਤਾਬ ਹੈਗੀ ਹੈ। ਇਹ ਅਮਰੀਕਨ ਲੇਖਕ ਹੈਗੇ ਨੇ, ਉਹਨਾਂ ਦੀ ਕਿਤਾਬ ਹੈਗੀ, ਇੰਗਲਿਸ਼ ਤੋਂ ਕੀਤੀ ਹੈਗੀ ਹੈ ਮੈਂ ਪੰਜਾਬੀ ਦੇ ਵਿੱਚ। ਨਾਮ ਸੀਗਾ ਦ ਪ੍ਰੋਫਿਟ ਆਫ ਡਾਰਕਨੈਸ। ਠੀਕ ਹੈ, ਕਾਰਲ ਮਾਰਕਸ ਦ ਪ੍ਰੋਫਿਟ ਆਫ ਡਾਰਕਨੈਸ ਦਾ। ਕਾਰਲ ਮਾਰਕਸ ਦੇ ਉੱਪਰ ਇਹ ਕਿਤਾਬ, ਇਹ ਤੁਸੀਂ ਪੜ੍ਹ ਸਕਦੇ ਹੋ। ਤੁਸੀਂ ਜਿਨ੍ਹਾਂ ਨੂੰ ਇੱਧਰ ਥੋੜਾ ਜਿਹਾ ਕਾਰਲ ਮਾਰਕਸ ਹੋ ਗਿਆ, ਜਾਂ ਕਹਿ ਲਓ ਮਾਰਕਸਿਜ਼ਮ 'ਚ ਇੰਟਰਸਟ ਆ, ਜਾਂ ਕਹਿ ਲਓ ਵੀ ਦੁਨੀਆਦਾਰੀ ਨੂੰ ਸਮਝਣਾ ਤੁਸੀਂ, ਕੈਪੀਟਲਿਜ਼ਮ ਕੀ ਹੁੰਦਾ, ਹਨਾ, ਪੋਲੀਟਿਕਸ ਕੀ ਹੈਗੀ ਆ, ਇਹ ਅਮੀਰ ਗਰੀਬ, ਇਹ ਸਾਰਾ ਕੁਝ ਸਮਝਣਾ ਨਾ, ਤਾਂ ਤੁਸੀਂ ਇਹ ਚੀਜ਼ ਨੂੰ ਪੜ੍ਹ ਸਕਦੇ ਹੋ। ਤੇ ਤੁਹਾਡੇ ਨੇ ਇੱਕ ਕਿਤਾਬ ਆ ਜਿਹੜੀ ਜਾਪਾਨੀ ਰਾਈਟਰ ਕਾਕੂਜ਼ੋ ਓਕਾਕੁਰਾ ਦੀ ਲਿਖੀ ਹੋਈ ਹੈ, ਦਾ ਬੁੱਕ ਆਫ ਟੀ। ਮੈਂ ਨਾ ਇੱਕ ਕਿਤਾਬ ਪੜ੍ਹੀ ਹੋਈ ਆ, ਹਾਂਜੀ, ਚਾਹਨਾਮਾ। ਠੀਕ ਹੈ, ਹਰਪਾਲ ਪੰਨੂ ਜੀ ਹੋਰਾਂ ਨੇ ਟਰਾਂਸਲੇਟ ਕਰੀ ਹੋਈ ਆ। ਅੱਛਾ, ਉਹਨਾਂ ਨੇ ਵੀ ਕਰੀ ਹੋਈ ਹੈ, ਤੁਸੀਂ ਵੀ ਕਰੀ ਹੋਈ ਹੈ। ਮੇਰੇ ਮਨ 'ਚ ਇਹ ਸਵਾਲ ਆ ਵੀ ਜਦੋਂ ਇੱਕ ਕਿਤਾਬ ਇੱਕ ਵਾਰੀ ਟਰਾਂਸਲੇਟ ਹੋ ਗਈ, ਫਿਰ ਦੁਬਾਰਾ ਕਿਉਂ? ਮੈਂ ਬਾਕੀਆਂ ਦਾ ਤਾਂ ਨਹੀਂ ਕੁਝ ਕਹਿ ਸਕਦੀ, ਪਰ ਮੈਂ ਇਸ ਕਿਤਾਬ ਦਾ ਤੁਹਾਨੂੰ ਦੱਸ ਦਿੰਦੀ ਆ। ਜਦੋਂ ਮੈਨੂੰ ਇਹ ਪਰਮਿੰਦਰ ਸਿੰਘ ਸ਼ੌਂਕੀਆ ਜਿਨ੍ਹਾਂ ਦੀ ਰੀਥਿੰਕ ਪਬਲਿਸ਼ਰ ਹੈਗੀ ਹੈ, ਜਿਨ੍ਹਾਂ ਦੀ ਇਹ ਛਾਪਦੇ ਨੇ ਕਿਤਾਬਾਂ, ਬਹੁਤ ਸੋਹਣੀਆਂ ਕਿਤਾਬਾਂ ਹੁੰਦੀਆਂ ਉਹਨਾਂ ਦੀਆਂ, ਸਾਰੀਆਂ ਅਨੁਵਾਦ ਦੀਆਂ, ਬਹੁਤ ਸੋਹਣਾ। ਮਤਲਬ ਕਿ ਕਹਿ ਲਓ ਕਿ ਦੂਜਾ ਜਿੰਨੀ ਭਾਸ਼ਾ ਦੇ ਵਿੱਚ ਜਿੰਨਾ ਸਾਹਿਤ ਰਚਿਆ ਗਿਆ ਤੇ ਉਹਨੂੰ ਤੁਸੀਂ ਆਪਣੀ ਭਾਸ਼ਾ 'ਚ ਲੈ ਕੇ ਪਾਠਕ ਦੇ ਸਾਹਮਣੇ ਲੈ ਕੇ ਆਉਣਾ ਇੱਕ ਬਹੁਤ ਸੋਹਣਾ ਕਾਰਜ ਹੁੰਦਾ ਹੈ ਨਾ। ਤੇ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਇਹ ਕਿਤਾਬ ਤੁਸੀਂ ਟਰਾਂਸਲੇਟ ਕਰੋਗੇ? ਮੈਂ ਕਿਹਾ ਸੀ, ਮੈਂ ਹਾਂਜੀ ਦੇ ਦਿਓ ਮੈਨੂੰ।
ਕੀ ਹੋਇਆ ਜਦੋਂ ਇਹ ਆਪਣਾ ਸੌਰੀ Lockdown। ਲੋਕਡਾਊਨ ਹੋਇਆ ਤੇ ਉਦੋਂ ਮੇਰੇ ਕੋਲ ਕਿਤਾਬ ਇਹ ਆਈ ਸੀਗੀ ਤੇ ਮੈਂ 2 ਦਿਨ ਪਹਿਲਾਂ ਹੀ ਜਿਵੇਂ PDF ਮੇਰੇ ਕੋਲ ਆਇਆ ਤੇ ਮੈਨੂੰ ਇਹਦੇ ਪ੍ਰਿੰਟ ਆਊਟ ਲੈਣ ਗਈ ਤੇ ਅਗਲੇ ਦਿਨ ਹੀ ਲੋਕਡਾਊਨ ਹੋ ਗਿਆ ਜੀ ਜੀ ਇੱਕਦਮ ਦਿਮਾਗ ਕਿਤਾਬ ਤੋਂ ਹਟ ਕੇ ਜੋ ਆਪਣੇ ਆਸ-ਪਾਸ ਹੋ ਰਿਹਾ ਸੀ ਉਸ ਟਾਈਮ ਤੇ ਉਧਰ ਮਨ ਹੋ ਗਿਆ ਪਰ ਮੈਂ ਇਹਨੂੰ ਸ਼ੁਰੂ ਵੀ ਕਰ ਚੁੱਕੀ ਸੀ ਕਰਨ ਵਾਸਤੇ ਪਰ ਮੇਰੇ ਤੋਂ ਥੋੜੀ ਦੇਰ ਹੋ ਗਈ ਇਸ ਕਿਤਾਬ 'ਚ ਨਾ ਤੇ ਮੈਨੂੰ ਉਹਨਾਂ ਨੇ ਫੋਨ ਕਰਨਾ ਕਿ ਤੁਸੀਂ ਟ੍ਰਾਂਸਲੇਟ ਕਰ ਦਿੱਤੀ ਮੈਂ ਕਹਿੰਦੀ ਬਸ ਥੋੜਾ ਜਿਹਾ ਕੰਮ ਰਹਿ ਗਿਆ ਥੋੜਾ ਰਹਿ ਗਿਆ ਤੇ ਉਦੋਂ ਨੂੰ ਮੈਨੂੰ ਉਹਨਾਂ ਨੇ ਦੱਸਿਆ ਸੀਗਾ ਕਿ ਇਹ ਕੋਈ ਬੁੱਕ ਹੋਰ ਵੀ ਟ੍ਰਾਂਸਲੇਟ ਕਰ ਰਿਹਾ ਹੈ ਕਿ ਆਪਣੀ ਜੇ ਕਿਤਾਬ ਪਿੱਛੇ ਰਹਿ ਗਈ ਤਾਂ ਫਿਰ ਥੋੜਾ ਜਿਹਾ ਕਰੇਜ਼ ਵੀ ਘਟ ਜਾਂਦਾ ਕਿਉਂਕਿ ਸਾਰੇ ਪੁੱਛਦੇ ਸੀਗੇ ਕਿ ਤੁਸੀਂ ਟ੍ਰਾਂਸਲੇਟ ਕਰ ਰਹੇ ਹੋ ਤੇ ਕਦੋਂ ਆ ਰਹੀ ਹੈ ਕਿਤਾਬ ਜੀ ਜੀ ਬਸ ਇਹ ਥੋੜਾ ਟਾਈਮ ਇਹ ਸਾਨੂੰ ਨਹੀਂ ਸੀ ਪਤਾ ਕਿ ਉਹ ਵੀ ਕਰ ਰਹੇ ਨੇ ਮਤਲਬ ਕਿ ਮੈਨੂੰ ਇਹ ਤੁਹਾਨੂੰ ਨਹੀਂ ਪਤਾ ਸੀ ਇਸ ਚੀਜ਼ ਦਾ ਤਾਂ ਕਰਕੇ ਤੁਸੀਂ ਇਹ ਕਿਤਾਬ ਕਰਤੀ ਹਾਂਜੀ ਹਾਂਜੀ ਫਿਰ ਮੈਨੂੰ ਉਸ ਤੋਂ ਬਾਅਦ ਪਤਾ ਲੱਗਿਆ ਕਿ ਹਰਪਾਲ ਪੰਨੂ ਜੀ ਹੈਗੇ ਉਹਨਾਂ ਨੇ ਵੀ ਟ੍ਰਾਂਸਲੇਟ ਕੀਤੀ ਹੈਗੀ ਹੈ ਹਾਂਜੀ ਮੈਂ ਉਹ ਪੜ੍ਹੀ ਹੋਈ ਆ ਕਿਤਾਬ ਥੋੜੀ ਜੀ ਤਾਂ ਕਰਕੇ ਪਰ ਇਹ ਕਿਤਾਬ ਬਹੁਤ ਵਧੀਆ ਜੀ ਦ ਬੁੱਕ ਆਫ ਟੀ ਇਹ ਜਿਹੜਾ ਰਾਈਟਰ ਆ ਨਾ ਇਹ ਕਹਿੰਦਾ ਵੀ ਚਾਹ ਨੂੰ ਨਾ ਇੱਕ ਮੈਡੀਟੇਸ਼ਨ ਦੀ ਕਹਿੰਦੇ ਦਵਾਈ ਦੇ ਤੌਰ ਤੇ ਵਰਤਦੇ ਆ ਤੇ ਚਾਹਨਾਮਾ ਜਿਹੜਾ ਉਹਨਾਂ ਨੇ ਲਿਖਿਆ ਤੇ ਜਿਹੜਾ ਜਾਂ ਮੈਮ ਨੇ ਲਿਖਿਆ ਦ ਬੁੱਕ ਆਫ ਟੀ ਇਹ ਪੰਜਾਬੀ ਦੇ 2 ਟ੍ਰਾਂਸਲੇਸ਼ਨ ਮਿਲ ਜਾਣਗੀਆਂ ਇਹ ਜ਼ਰੂਰ ਪੜ੍ਹਿਓ ਤੁਸੀਂ ਤੇ ਮੈਮ ਸਮਾਂ ਸਾਡੇ ਕੋਲੇ ਬਹੁਤ ਥੋੜਾ ਰਹਿ ਗਿਆ ਤੇ ਇਹ ਮੈਂ ਤੁਹਾਡੀਆਂ ਕਿਤਾਬਾਂ ਬਾਰੇ ਦੱਸਦਾ ਤਸਵੀਰ ਆ ਇਹ ਕਿਤਾਬ ਵੀ ਬਹੁਤ ਪਿਆਰੀ ਆ ਇਸ ਤੋਂ ਇਲਾਵਾ ਹੋਰ ਵੀ ਬੜੀਆਂ ਕਿਤਾਬਾਂ ਨੇ ਜਿਨ੍ਹਾਂ ਦੇ ਵਿੱਚ ਮੈਮ ਦੀਆਂ ਰਚਨਾਵਾਂ ਆਈਆਂ ਹੋਈਆਂ ਨੇ ਤੇ ਤੁਸੀਂ ਇਹਨਾਂ ਨੂੰ ਪੜ੍ਹ ਸਕਦੇ ਹੋ ਮੈਮ ਤੁਸੀਂ ਸਾਡੇ ਵਿਹੜੇ ਆਏ ਸਾਡੇ ਇੱਕ ਸੱਦੇ ਤੇ ਤੁਸੀਂ ਪਹੁੰਚੇ ਤੁਹਾਡਾ ਇੱਥੇ ਆਉਣ ਤੇ ਤਹਿ ਦਿਲੋਂ ਧੰਨਵਾਦ ਤੁਸੀਂ ਬੁਲਾਇਆ ਇਹ ਬਹੁਤ ਮਾਣ ਦਿੱਤਾ ਤੁਸੀਂ ਮੇਰੇ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸਨ ਜਗਦੀਪ ਕੌਰ ਨੂਰਾਨੀ ਜੀ ਆਸ ਕਰਦਾ ਕਿ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਊਗਾ ਕੁਝ ਨਾ ਕੁਝ ਫੜ ਲਿਆ ਹੋਣਾ ਇਹਦੇ ਵਿੱਚੋਂ ਤੁਸੀਂ ਕੋਈ ਅਹਿਸਾਸ ਜਿਹੜਾ ਤੁਹਾਡੇ ਕੰਮ ਆਊਗਾ ਤੇ ਵੇਲਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਹੋ ਗਿਆ ਜਵਾਕਾਂ ਨੂੰ ਸਾਹਿਤ ਦੇ ਨਾਲ ਜੋੜੋ ਸਾਹਿਤ ਦੀ ਕਹ ਲਓ ਵੀ ਤੰਦ ਉਹਨਾਂ ਤੋਂ ਵੀ ਪਵਾਇਆ ਕਰੋ ਉਹਨਾਂ ਨੂੰ ਵੀ ਬਿਠਾਇਆ ਕਰੋ ਕੋਲੇ ਪ੍ਰੋਗਰਾਮ ਵਿੱਚ ਇੰਨਾ ਹੀ ਕਿਵੇਂ ਲੱਗਿਆ ਪ੍ਰੋਗਰਾਮ info@justbroadcasting.com ਤੇ ਲਿਖ ਕੇ ਸੁਨੇਹੇ ਸਾਨੂੰ ਭੇਜ ਸਕਦੇ ਹੋ ਅੱਜ ਦੇ ਲਈ ਇੰਨਾ ਹੀ ਸਾਨੂੰ ਦਿਓ ਇਜਾਜ਼ਤ ਵੇਂਦੇ ਰਹੋ ਜਸ ਪੰਜਾਬੀ